ਸਭ ਤੋਂ ਜ਼ਿਆਦਾ ਅੱਜ ਕੱਲ ਜਿਹੜਾ ਮਸਲਾ ਹੈਗਾ ਉਹ ਮਰਦਾਨਾ ਕੁਵਤ ਦਾ ਹੈ। ਤੁਹਾਡੀ ਦੁਆ ਚਾਹੀਦੀ ਕਿ ਮੇਰੇ ਕੋਲ ਜੋੜੇ ਆਂਦੇ, ਮਰਦਾਨਾ ਕਮਜ਼ੋਰੀ ਸੀ। ਸਿਰਫ ਇਹ ਪੁੜੀ ਨੇ ਹੱਥ 'ਚ ਰੱਖੀ ਤਾਂ ਖੜਾ ਹੋ ਗਿਆ। ਕੀ ਖੜਾ ਹੋ ਗਿਆ? ਕਿ ਮੈਂ ਕਹਿੰਦਾ ਕਿ ਭਜਨ ਸ਼ਿਫਾ ਇੰਜ ਹੁੰਦੀ ਨਾ ਮੇਰੇ ਹੱਥਾਂ 'ਚ, ਇੰਜ ਸ਼ਿਫਾ ਹੈ ਨਾ ਮੇਰੇ ਹੱਥਾਂ 'ਚ ਜਿਵੇਂ ਲੈਣਾ। ਮੁੰਡਾ ਮੰਗਣ ਮੁੰਡਾ ਦੇਈਦਾ, ਕੁੜੀ ਮੰਗਣ ਕੁੜੀ ਦੇਈਦੀ। ਚੌਧਰੀ ਜੋਨੀ ਆਪਣਾ ਹੀ ਮਰੀਜ਼ ਆ। ਆਲੂ ਪੈਥੋਕਲ ਕੋਲ ਗਿਆ ਉਹ। ਆਲੂ ਪੈਥੋਕਲ ਨਹੀਂ ਹੁੰਦੇ, ਐਲੋਪੈਥਿਕ ਯਾਨੀ ਇਹ ਹਮਾਇਓ ਪੈਥੋਕਲ ਕੋਲ ਗਿਆ। ਹਮਾਇਓ ਹੋਮਿਓਪੈਥਿਕ ਜੀ ਕੀ ਸਰ ਦੇਖੋ ਹਕੀਮ ਸਾਹਿਬ ਨੂੰ ਨਾ ਤੁਸੀਂ ਦੱਸੋ ਕਿ ਕਿਹੜਾ ਕੀ ਹੁੰਦਾ। ਮੇਰੀ ਕੋਲ ਡਿਗਰੀ ਹੈ ਨਾ, ਮੈਂ ਨੌਲੇਜ ਰੱਖਣਾ ਵਾ। ਮੈਂ ਹਰਬਲੀ ਦੀ ਡਿਗਰੀ ਕੀਤੀ ਹੈ। हकीम साहब हर्बलिस्ट की डिग्री होती है, हर्बली की डिग्री आ गई। ਇਹ ਵਾਲੀ ਭਾਈ ਇਹ ਮਰਾਸੀ ਵਾਲੀ ਮੈਨੂੰ ਡੱਬੇ ਦਿੱਤੀ ਹੈ। ਹਕੀਮ ਸਾਹਿਬ ਇਸ ਡੱਬੀ ਤੇ ਮਰੂਸੀ ਲਿਖਿਆ ਹੋਇਆ। ਸਾਰੇ ਤੁਸੀਂ ਪਾੜੇ, ਇਹ ਫਾਰਸੀ ਚ ਇਹਨੂੰ ਮਰਾਸੀ ਕਹਿੰਦੇ ਨੇ। ਹਕੀਮ ਸਾਹਿਬ ਮੈਨੂੰ ਇਹ ਦੱਸੋ ਕਿ ਸਭ ਤੋਂ ਜ਼ਿਆਦਾ ਮਰੀਜ਼ ਕਿਹੜਾ ਤੁਹਾਡੇ ਕੋਲ ਆਉਂਦਾ, ਕਿਸ ਬਿਮਾਰੀ ਦਾ ਆਉਂਦਾ? ਮੇਰੇ ਕੋਲ ਯਰਕਾਨ ਦਾ ਆਉਂਦਾ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਰ ਸਾਹਿਬ, ਤੁਹਾਨੂੰ ਵੀ ਯਰਕਾਨ ਹੈ। ਤੁਸੀਂ ਸਾਰੇ ਪੀਲੇ ਹੋਏ ਪਏ ਹੋ, ਮੇਰੇ ਕੋਲ ਦਵਾਈ ਲਓ। ਇਹ ਲਈ ਪੂੜੀ ਤੁਸੀਂ ਖਾਓ, ਤੁਹਾਨੂੰ ਫਾਇਦਾ ਹੋਏਗਾ। ਸਾਰੇ ਮਰੀਜ਼ਾਂ ਨੂੰ ਇਹੀ ਐਨਕ ਪਾ ਕੇ ਤੁਸੀਂ ਦੇਖਦੇ ਰਹੇ ਹੋ? ਹਾਂਜੀ, ਮੇਰੀ ਆਪਣੀ ਐਨਕ ਜੀ। ਹਾਂਜੀ, ਮੈਨੂੰ ਤਾਂ ਇਹ ਲੱਗਾ ਕਿ ਮੇਰੇ ਕੋਲ ਯਰਕਾਨ ਦਾ ਮਰੀਜ਼ ਬੜਾ ਆਉਂਦਾ। ਸਰ AK5 ਤੁਹਾਡੀ ਸੋਚ ਹੋਣੀ। ਮੁੰਡਾ ਕਹੋਗੇ ਤੇ AK5, ਜੇ ਕੁੜੀ ਕਹੋਗੇ ਤੇ AK5। ਦੋਵੇਂ ਦਵਾਈਆਂ ਦਾ ਨਾਂ ਤੇ ਇੱਕ ਹੀ ਦੱਸਿਆ ਤੁਸੀਂ। ਮੇਰੇ ਕੋਲ ਇੱਕ ਬੱਚਾ ਹੈ ਮੁੰਡਾ, ਉਹਨੇ ਕਿਹਾ ਹਕੀਮ ਸਾਹਿਬ 18 ਸਾਲ ਹੋ ਗਏ ਨੇ, ਔਲਾਦ ਨਹੀਂ। ਤੁਹਾਡਾ ਕਹਿਣ ਦਾ ਮਤਲਬ ਹੈ ਤੁਸੀਂ ਲੋਕਾਂ ਨੂੰ ਮੁੰਡੇ ਤੇ ਧੀਆਂ ਦਿੰਦੇ ਹੋ। ਅਗਰ ਮੈਂ ਆਪਣੀ ਦਵਾਈ ਖਾ ਕੇ ਮੈਂ ਮਰ ਜਾ, ਮੇਰੀ ਬਾਅਦ ਚੋਂ ਗੱਦੀ ਕਿੰਨੇ ਸਾਹਮਣੇ? ਹਿਕਮਤ ਵਾਲੇ ਐਡਾ ਵੱਡਾ ਜ਼ਿੰਮੇਵਾਰੀ ਕੌਣ ਸਾਹਮੇਗਾ? ਤੁਹਾਨੂੰ ਆਪਣੀ ਦਵਾਈ ਤੇ ਇੰਨਾ ਯਕੀਨ ਹੈ ਕਿ ਤੁਸੀਂ ਮਰ ਹੀ ਜਾਓਗੇ? ਤੁਸੀਂ ਕਿਸ ਚੀਜ਼ ਦੇ ਸਪੈਸ਼ਲਿਸਟ ਹੋ? ਸਲੀਪਿੰਗ। ਹਾਂਜੀ, ਮੈਂ ਯਕੀਨ ਕਰੋ ਐਸੀ ਦਵਾਈ ਦੇ ਨਾਲ ਲੋਕ ਸੁੱਤੇ ਹੀ ਰਹਿ ਜਾਂਦੇ ਨੇ। ਮੇਰੀ ਇੱਕ ਦਵਾਈ ਹੈ, ਉਹ ਯਕੀਨ ਕਰੋ ਐਸਾ ਆਰਾਮ ਕਰਦੀ ਹੈ। T6 ਸਰ ਮੈਂ ਇੱਕ ਐਸੀ ਦਵਾਈ ਤਿਆਰ ਕੀਤੀ ਹੈ, ਇਹ ਵਾਲੀ ਅਨੁਸ਼ਰੀਆ। ਇਹਦੇ 2 ਚਮਚੇ ਸਵੇਰ, 2 ਚਮਚੇ ਦੁਪਹਿਰ ਤੇ 2 ਚਮਚੇ ਸ਼ਾਮ ਨੂੰ ਤੁਸੀਂ ਖਾਣੇ ਨੇ। ਠੀਕ ਹੈ। ਤੁਸੀਂ ਵੇਲਾ ਤੁਸੀਂ ਮਹੀਨੇ ਬਾਅਦ ਗ੍ਰੈਜੂਏਟ ਕੀਤਾ ਹੋਏਗਾ। ਇਹ ਤਾਲੀਮੀ ਦਵਾਈ ਪਾਈ। ਕਿਹੜੀ ਯੂਨੀਵਰਸਿਟੀ ਤੋਂ ਪੜ੍ਹੇ ਹੋ? ਕਿੱਥੋਂ ਮਿਲੀ? ਮਤਲਬ ਮੈਂ ਐਤਵਾਰ ਬਾਜ਼ਾਰ ਤੋਂ ਲੈ ਕੇ ਆਇਆ ਹਾਂ ਸਰ। ਜਿਹੜੇ ਤੁਹਾਡੇ ਹਾਲਾਤ ਨੇ ਮੈਨੂੰ ਲੱਗ ਜੁਮੇ ਬਾਜ਼ਾਰ ਦੀ ਰਹੀ ਹੋ। ਮੋਟਾਪੇ ਦਾ ਇਲਾਜ, ਇਹ ਮੋਟਾਪਾ ਪਾਇਆ ਨਾ ਰਹਿਮਤ ਹੈ। ਰਹਿਮਤ ਹੈ। ਮੈਨੂੰ ਪਤਾ ਹੈ ਕਿ ਮੈਂ ਉੱਥੇ ਕਿੰਨੀ ਦੇਰ ਚੁੰਝ ਤੇ ਬੈਠਾ ਰਿਹਾ ਵਾਂ ਵੀਜ਼ਾ ਲਵਾਉਣ ਵਾਸਤੇ। ਨਹੀਂ, ਮੈਂ ਨਹੀਂ ਮੰਨਦਾ। ਚੁੰਝ ਤੇ ਤੁਸੀਂ ਬਹਿ ਹੀ ਨਹੀਂ ਸਕਦੇ, ਤੁਹਾਡਾ ਵਜੂਦ ਹੀ ਨਹੀਂ। ਜੇ ਮੈਂ ਤੁਹਾਨੂੰ ਨਿਸ਼ਾਨ ਵਿਖਾ ਦਿਆਂ ਮੰਨ ਜਾਓਗੇ? ਨਾ। ਮੈਨੂੰ ਅੱਜ ਵੀ ਉਸ ਵੀਜ਼ੇ ਦੀ ਤਕਲੀਫ ਮਹਿਸੂਸ ਹੁੰਦੀ। ਪੱਤੋ ਕੀ ਦਾ? ਮੇਰੇ ਸਾਹ ਬੰਦ ਹੋ ਗਿਆ ਵੀਜ਼ਾ। ਮੈਨੂੰ ਉਹਨੇ ਦੱਸਿਆ, ਉਹਨੇ ਕਿਹਾ ਹਕੀਮ ਸਾਹਿਬ ਇੰਚ ਦਾ ਬੜਾ ਫਰਕ ਹੁੰਦਾ। ਮੈਨੂੰ ਕਹਿੰਦਾ ਹਕੀਮ ਸਾਹਿਬ ਘੱਟੋ ਘੱਟ ਨਾ 8 ਇੰਚ ਦਾ ਹੋਣਾ ਚਾਹੀਦਾ। 6.5 ਇੰਚ ਇਨਫ ਹੁੰਦਾ ਹੈ ਕਿ ਮੌਤ ਤੇ ਵਹਿਮ ਤੋਂ ਇਲਾਵਾ ਹਰ ਚੀਜ਼ ਦਾ ਇਲਾਜ ਹੈ ਦੁਨੀਆ 'ਚ। ਤੇ ਮੈਂ ਮੌਤ ਦਾ ਵੀ ਇਲਾਜ ਕੱਢ ਦਿੱਤਾ। ਇਹ ਹੁੰਦਾ ਸੀ, ਇਹ ਦਵਾਈ ਰੱਖੀ ਮੈਂ, ਦਵਾਈ ਦਾ ਨਾਮ। ਹਕੀਮ ਸਾਹਿਬ ਤੁਹਾਨੂੰ ਕੀ ਲੱਗ ਰਿਹਾ ਕਿ ਦਵਾਈ ਖਾ ਕੇ ਬੰਦਾ ਮਰ ਜਾਏਗਾ? ਨਹੀਂ, ਕੀ ਕਰ ਤੜਪ ਕੇ ਮਰੇਗਾ। ਕਰੀਮਾਂ ਦੀਆਂ ਮਸ਼ਹੂਰੀਆਂ ਚੱਲਣ ਦੀ ਹੈ ਕਿ ਇਤਨੇ ਦਿਨ में ਵਾਈਟ, ਇਤਨੇ में ਹਕੀਮ ਅਸਲ ਹੋਏ ਜਿਹੜਾ ਵਾਈਟ ਨੂੰ ਬਲੈਕ ਕਰੇ। ਮੇਰੇ ਕੋਲ ਇੱਕ ਬੜਾ ਮਸ਼ਹੂਰ ਬੰਦਾ ਮੇਰਾ ਮਰੀਜ਼, ਉਹਨੇ ਕਿਹਾ ਮੈਨੂੰ ਐਸਾ ਕਰ ਦਿਓ ਕਿ ਦੁਨੀਆ ਮੈਨੂੰ ਜਾਣੇ। ਉਹਨੂੰ ਦਵਾਈ ਦਿੱਤੀ ਹੈ, ਉਹਨੇ ਐਸਾ ਰੰਗ ਫੜਿਆ। ਮੈਂ ਕਹਿੰਦਾ ਇਹ ਵੇਖੋ, ਇਹ ਬੰਦਾ ਹੈ। ਹਾਂਜੀ, ਇਹ ਤੇ ਗੋਗਾ ਹੈ। ਇਹ ਇੱਥੇ ਨਹੀਂ ਉਂਗਲੀ ਲਾਣੀ। ਹਕੀਮ ਸਾਹਿਬ ਚੁੱਭ ਰਹੀ ਹੈ। ਇਹ ਜੇ ਕਮਜ਼ੋਰੀ ਕਿ ਹਕੀਮ ਆਜ਼ਾਦ ਕੰਧ ਪਾੜ ਕਿੱਥੋਂ ਇਲਾਜ ਕਰਾ ਰਿਹਾ? ਇਲਿਆਸ ਦੁੰਬਾ ਗੜਾਈ ਜੋਟੋਂ। ਫੇਰ ਜਦੋਂ ਤੁਹਾਨੂੰ ਲਾ ਕੇ ਦਿੰਦੇ ਨਾ ਕਬਾਬ, ਤੇ ਓਏ ਹੋਏ ਭਾਈਜਾਨ ਐਡਾ ਚਪਲੀ ਕਬਾਬ ਕੋੜਾ। ਓ ਯਾਰ ਟੈਨਸ਼ਨ ਨਾ ਲੈ ਮੇਰੀ, ਤੈਨੂੰ ਕਹਿ ਤੇ ਰਿਹਾ, ਤੈਨੂੰ ਪਹਿਲੇ ਕਦੀ ਦਵਾਈ ਗਲਤ ਦਿੱਤੀ ਆ? ਉਹ ਜਿਹੜਾ ਕਹਿੰਦਾ ਨਹੀਂ ਕਿ ਮੇਰੀ ਕੰਮ ਕਰਦਾ ਤੇ ਪਤਾ ਲੱਗਦਾ। हकीम साहब एक सर्टिफिकेट मैं भी आपको देना चाहता हूँ, वो है बेगैरत और बेज़मीर शख्स का जो कि आप हैं। ये आप गलत कर रहे हैं, ये आप गलत कर रहे हैं। नाज़रीन ये वीडियो AI है, ये AI वीडियो है। मैं तो ऐसी दवाई देगा तेरे सट्टे ना डाल दोगे। फिर कहना मेनू ओए मैं हकीम आजाद कंध पाड़ेगा वा, मैं टक्कर मार के कंध पाड़ देना वा। तुसी मेनू की समझा होया? अस्सलामुअलैकुम जी, टॉक टाइम विद उमैर शाह में खुशामदीद। मैं हूं आपका होस्ट उमैर शाह और आज के हमारे पॉडकास्ट के मेहमान शदीद तारुफ के मोहताज हैं। आपने अक्सर इनका नाम तो सुना होगा, मगर आज हम आपको इनको लाइव दिखा रहे हैं अपने इस पॉडकास्ट की वसाकत से। तो चलते हैं हमारे गेस्ट की जानिब, जनाब हकीम आजाद कंधपाड़। हकीम आजाद? अच्छा आजाद, अच्छा हकीम आजाद कंधपाड़। आजाद, अच्छा मैं समझा आजाब है। जी कीम साहब कैसे हैं? कीम साहब ये क्या था? चाय तुसी ਦਿੱਤੀ, ਤੁਹਾਡੇ ਮੁੰਡੇ ਨੇ ਲਿਆ ਕੇ ਦਿੱਤੀ। ये पीने का तरीका क्या था हकीम साहब आपका? देखिए जी, चाय जब तक करके ना पी जाए तो उस तक मज़ा नहीं आता। अच्छा जी, ये एक हाजमे की जो है ना वो बेहतरीन तरीकाकार है हाजमे के लिए, चाय की। यानी कि हाँ जी, ये चाय आपने पीनी ये है? भी आपकी हिकमत के हिसाब से बेहतरीन तरीका। हाँ जी, इसका मैंने जिक्र किया हुआ है अपनी किताब अश्क बुंजून में। कौन सी किताब? अश्क बुंजून, ये एक जड़ी बूटी का नाम है। तो उस पर आपने किताब लिख दी है? सर ऐसे मेरी किताबें तो कई हकीम जो है ना इस टाइम अपना हिकमत जारी की हुई है। हकीम साहब सबसे पहले तो मुझे ये बताएं कि आपका नाम ये हकीम आजाद कंधपाड़ ये किसने रखा? उमैर साहब हकीम आजाद। अच्छा आजाब का था होना जी, जेड़े तेरे हालात ने लग ते अजाब ही रहा। देखो मेरी गल सुनो,
ਹਕੀਮ ਆਜ਼ਾਦ ਮੇਰਾ ਨਾਮ ਹੈ ਠੀਕ ਹੈ। ਔਰ ਅੱਲਾਹ ਪਾਕ ਦੇ ਫਜ਼ਲ ਕਰਮ ਨਾਲ ਪਾਕਿਸਤਾਨ ਤੋਂ ਬਾਹਰ ਵੀ ਮੇਰੇ ਬਹੁਤ ਜ਼ਿਆਦਾ ਮਰੀਜ਼ ਨੇ, ਠੀਕ ਹੈ ਨਾ। ਤੇ ਇਸ ਵਾਸਤੇ ਮੈਂ ਤੇ ਯਕੀਨ ਕਰੋ ਮੇਰੇ ਦੋਸਤ ਨੇ ਤਲਹਾ ਸ਼ਾਹ ਸਾਹਿਬ, ਠੀਕ ਹੈ, ਉਹਨਾਂ ਦੇ ਕਹਿਣ ਤੋਂ ਮੈਂ ਤੁਹਾਨੂੰ ਟਾਈਮ दे देता है। ताड़ी मेहरबानी सर, बिल्कुल बहुत शुक्रिया हाँ तुसी आए साडे पॉडकास्ट से। हकीम साहब, सबसे पहले तो मुझे ये बताएं कि आपकी दवाई से कभी किसी को फायदा भी हुआ है? ਉਹ ਬਹੁਤ ਜੀ ਬੜਾ ਫਾਇਦਾ ਹੋਇਆ किसको? ਮੈਨੂੰ ਜੀ। ਮੇਰਾ ਅਲਹਮਦੁਲਿਲਾ ਘਰ ਲੈ ਲਿਆ, ਬੈਂਕ ਬੈਲੈਂਸ, ਹੁਣ ਗੱਡੀ ਲਈ ਮੈਂ ਨਵੀਂ, केड़ी गड्डी ली? ਐਵੇਂ ਫੋਰਚੂਨਰ ਲਈ। केड़ी? ਫੋਰਚੂਨਰ, फॉर्च्यूनर यानी कि? ਹਾਂਜੀ ਹਾਂਜੀ ਉਹੀ ਫੋਰਚੂਨਰ, ਉਹ GR ਜਿਹੜੀ ਹੁੰਦੀ ਹੈ। हकीम साहब, मेरा मकसद पुछण दा है कि किसी मरीज नूं फायदा होया ताड़ी दवाई तो? ਮਰੀਜ਼ ਨੂੰ ਜੀ ਹਾਂ ਨਹੀਂ, ਉਹ ਕਦੀ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਨਹੀਂ, ਯਾਨੀ ਕਿ ਮੈਂ ਇੱਕ ਵਾਰ ਉਹਦੀ ਦਵਾਈ ਵਜ੍ਹਾ? ਲੈਣਾ। ਦੇਖੋ ਜੀ, ਜਿਸ ਤਰ੍ਹਾਂ ਇੱਕ ਮੇਰਾ ਮਰੀਜ਼ ਸੀ, ਅੱਲਾਹ ਪਾਕ ਦੇ ਫਜ਼ਲ ਕਰਮ ਨਾਲ ਪੂਰੇ ਪਾਕਿਸਤਾਨ ਦੇ ਵਿੱਚ ਹੋ ਗਿਆ ਹੈ। ਆਲੂਪੈਥਿਕ ਕੋਲ ਗਿਆ ਉਹ। ਹੈਂ? ਆਲੂਪੈਥਿਕ ਵਾਲੇ ਨਹੀਂ ਹੁੰਦੇ, एलोपैथिक यानी? ਹਾਂ ਉਹੀ ਆਲੂਪੈਥਿਕ। अच्छा, ਆਲੂਪੈਥਿਕ ਕੋਲ ਗਿਆ, ਇਹ ਹਮਾਇਓ ਪੈਥਿਕ ਕੋਲ ਗਿਆ। हमायूं होम्योपैथिक जी। हकीम ਸਰ साहब, ਦੇਖੋ ਹਕੀਮ ਸਾਹਿਬ ਨੂੰ ਨਾ ਤੁਸੀਂ ਦੱਸੋ ਕਿ ਕਿਹੜਾ ਕੀ ਹੁੰਦਾ। ਮੇਰੀ ਕੋਲ ਡਿਗਰੀ ਹੈ ਨਾ, ਮੈਂ ਨੌਲੇਜ ਰੱਖਣਾ ਵਾ। केड़ी डिग्री है हकीम साहब तुहाडे कोल? ਮੇਰੇ ਕੋਲ ਆਪਣੀ ਡਿਗਰੀ ਹੀ केड़ी डिग्री? ਸਾਰਾ, ਮੈਂ ਹਰਬੜੀ ਦੀ ਡਿਗਰੀ ਕੀਤੀ ਹੈ। हकीम साहब, हर्बलिस्ट की डिग्री होती है, हर्बली केड़ी डिग्री आ गई? ਉਹ ਹਰਬੜੀ ਤੇ ਮੈਨੂੰ ਹਰ ਕੰਮ ਚ ਰਹਿੰਦੀ ਜੀ। ਦੇਖੋ ਮੈਂ ਜਲਦੀ ਜਲਦੀ ਕੰਮ ਕਰਨ ਵਾਲਾ ਬੰਦਾ, ਉਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਤੇ ਉਹ ਮੇਰੇ ਕੋਲ ਆਇਆ ਦਵਾਈ ਲੈਣ, ਉਹਨੇ ਆਖਿਆ ਜੀ ਹਕੀਮ ਆਜ਼ਾਦ ਸਾਹਿਬ, ਸੁਣਿਆ ਜੀ ਤੁਸੀਂ ਬੜੇ ਬੜੇ ਇਲਾਜ ਕੀਤੇ ਨੇ। ਮੈਂ ਪੂਰੇ ਪਾਕਿਸਤਾਨ 'ਚ ਦਵਾਈ ਲੈ ਲਈ ਹੈ ਤੇ ਮੈਨੂੰ ਆਰਾਮ ਨਹੀਂ ਆਇਆ। ਭਾਈ ਜਾਨ ਮੈਂ ਉਹਨੂੰ ਨਾ ਇਹ ਡੱਬੀ ਦਿੱਤੀ, ਇਹ ਵਾਲੀ ਭਾਈ, ਇਹ ਮਰਾਸੀ ਵਾਲੀ ਮੈਨੂੰ ਡੱਬੀ ਦਿੱਤੀ ਇੱਕ। हकीम साहब, इस डब्बी ते मरूसी लिखिया है। ਸਾਰੇ ਤੁਸੀਂ ਪਾੜੇ, ਇਹ ਫਾਰਸੀ 'ਚ ਇਹਨੂੰ ਮਰਾਸੀ ਕਹਿੰਦੇ ਨੇ। ਇਹ ਸਾਰੇ ਇੱਕ ਡੱਬੀ ਦਿੱਤੀ ਹੈ। अच्छा, ਲੋ ਜੀ, ਮੁੜ ਕੇ ਨਹੀਂ ਆਇਆ। ते तुसी पता भी नहीं कीता क्यों नहीं आया? ਨਹੀਂ, ਮੈਨੂੰ ਉਹਨਾਂ ਦੇ ਨਾ ਕੋਲੋਂ ਕਿ ਵਕੀਲ ਦਾ ਫੋਨ ਆਇਆ ਸੀ अच्छा, ਕਿ ਉਹ ਤੇ ਅੱਲਾ ਨੂੰ ਪਿਆਰੇ ਹੋ ਗਏ ਨੇ। ताड़ी दवाई खा के? ਦੇਖੋ ਜੀ, ਮੈਂ ਨਹੀਂ ਇਹ ਕਹਿੰਦਾ, ਉਹ ਕਹਿ ਰਹੇ ਨੇ। ਹੁਣ ਉਹਨਾਂ ਨੇ ਬਸ ਇਹ ਪਿੱਛੇ ਮੈਂ ਕੋਈ 2.5 ਸਾਲ ਰਹਿ ਕੇ ਆਇਆ ਮੈਂ ਬਸ ਜੇਲ੍ਹ 'ਚ। 2.5 साल जेल च रह के आए हो दवाइयां दी वजह नाल? ਬੇਕਸੂਰ ਜੀ, ਬੇਕਸੂਰ। ਮੈਂ ਤਾਂ ਡੱਬੀ ਆਪਣੇ ਨਾਲ ਠੀਕ ਦਿੱਤੀ ਹੈ। ਹੁਣ ਉਹਨੂੰ ਨਹੀਂ ਆਰਾਮ ਆਇਆ ਤੇ ਮੈਨੂੰ ਇਹਦੇ 'ਚ ਮੈਂ ਕੀ ਕਰ ਸਕਦਾ ਜੀ, ਮੇਰਾ ਕੋਈ ਕਸੂਰ ਨਹੀਂ ਹੈਗਾ। ਹਕੀਮ ਸਾਹਿਬ, ਮੈਨੂੰ ਇਹ ਦੱਸੋ ਕਿ ਸਭ ਤੋਂ ਜ਼ਿਆਦਾ ਮਰੀਜ਼ ਕਿਹੜਾ ਤੁਹਾਡੇ ਕੋਲ ਆਉਂਦਾ, ਕਿਸ ਬਿਮਾਰੀ ਦਾ ਆਉਂਦਾ? ਮੇਰੇ ਕੋਲ ਯਰਕਾਨ ਦਾ ਆਉਂਦਾ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਰ ਸਾਹਿਬ, ਤੁਹਾਨੂੰ ਵੀ ਯਰਕਾਨ ਹੈ, ਤੁਸੀਂ ਸਾਰੇ ਪੀਲੇ ਹੋਏ ਪਏ ਹੋ, ਮੇਰੇ ਕੋਲ ਦਵਾਈ ਲਓ, ਇਹ ਵਾਲੀ ਪੂੜੀ ਤੁਸੀਂ ਖਾਓ, ਤੁਹਾਨੂੰ ਫਾਇਦਾ ਹੋਏਗਾ। ਹਕੀਮ ਸਾਹਿਬ, ਸ਼ਕਲ ਦੇਖ ਕੇ ਤੁਸੀਂ ਕਿਵੇਂ ਕਹਤਾ ਯਰਕਾਨ ਹੋਇਆ? ਭਾਈ ਤੁਸੀਂ ਸਾਰੇ ਪੀਲੇ ਹੋ, ਮੈਂ ਤੁਹਾਨੂੰ ਮੰਨਣਾ, ਤੁਹਾਡੇ ਮਾਈਕ ਨੂੰ ਯਰਕਾਨ ਹੈ, ਵੇਖੋ ਇਹ ਵੀ ਪੀਲਾ, ਸਾਰਾ ਪੀਲਾ ਹੈ। ਹਕੀਮ ਸਾਹਿਬ, ਮੈਨੂੰ ਇਸ ਗੱਲ ਦਾ ਜਵਾਬ ਦਿਓ, ਸਾਰੇ ਮਰੀਜ਼ਾਂ ਨੂੰ ਇਹੀ ਐਨਕ ਪਾ ਕੇ ਤੁਸੀਂ ਦੇਖਦੇ ਰਹੇ ਹੋ? ਹਾਂਜੀ, ਮੇਰੀ ਆਪਣੀ ਐਨਕ ਹੈ ਜੀ। ਹਕੀਮ ਸਾਹਿਬ, ਤੁਹਾਡੀ ਐਨਕ ਪੀਲੀ ਏ, ਐਨਕ ਪੀਲੀ ਦੀ ਵਜ੍ਹਾ ਨਾਲ ਤੁਹਾਨੂੰ ਸਾਰੇ ਨਜ਼ਰ ਆ ਰਹੇ ਨੇ ਪੀਲੇ, ਤੁਸੀਂ ਸਾਰੇ ਬੰਦਿਆਂ ਨੂੰ ਯਰਕਾਨ ਦੀ ਦਵਾਈ ਦੇਈ ਜਾ ਰਹੇ ਹੋ। ਮੈਂ ਹਿੰਦੀ ਵਿੱਚ ਤਾਂ ਦਵਾਈ ਦਿੰਦਾ ਰਿਹਾ ਸਾਰਿਆਂ ਨੂੰ ਯਰਕਾਨ ਦੀ। ਮੈਨੂੰ ਤਾਂ ਇਹ ਲੱਗਾ ਕਿ ਮੇਰੇ ਕੋਲ ਯਰਕਾਨ ਦਾ ਮਰੀਜ਼ ਬੜਾ ਆਉਂਦਾ। ਹਕੀਮ ਸਾਹਿਬ, ਤੁਸੀਂ ਖੈਰ ਇਹ ਕੱਢ ਦੇਣਾ ਜੀ। ਹਕੀਮ ਸਾਹਿਬ, ਮੈਨੂੰ ਇਹ ਦੱਸੋ ਕਿ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਜਿਹੜਾ ਮਸਲਾ ਹੈਗਾ ਉਹ ਮਰਦਾਨਾ ਕੁਵਤ ਦਾ ਹੈ। ਕਿਆ ਮਰਦਾਂ ਨੂੰ ਕੁਵਤ ਦੇ ਇਲਾਵਾ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ? ਅੱਛਾ ਸਵਾਲ ਤੁਹਾਡਾ। ਦੇਖੋ, ਮਰਦਾਨਾ ਕਮਜ਼ੋਰੀ ਜਿਹੜੀ ਨਾ ਜੀ, ਇਹਦੇ ਬਾਰੇ 'ਚ ਲੋਕ ਸ਼ਰਮਾਉਂਦੇ ਨੇ, ਗੱਲ ਨਹੀਂ ਕਰਦੇ। ਬਿਲਕੁਲ। ਹਾਲਾਂਕਿ ਇਹ ਤਕਰੀਬਨ ਹਰ ਨੇਸ਼ਨ ਦੇ ਅੰਦਰ ਇਸ਼ੂ ਹੈਗਾ ਮਰਦਾਨਾ ਕਮਜ਼ੋਰੀ ਦਾ। ਤੇ ਭਜਨ ਮੇਰੇ ਕੋਲ ਐਸੀ ਦਵਾਈ ਹੈ, ਤੁਹਾਡੀ ਦੁਆ ਚਾਹੀਦੀ ਕਿ ਮੇਰੇ ਕੋਲ ਜੋੜੇ ਆਉਂਦੇ ਨੇ। ਅੱਛਾ, ਜੋੜੇ ਵੀ ਆਉਂਦੇ ਨੇ ਤੁਹਾਡੇ ਕੋਲ? ਹਾਂਜੀ। ਉਹ ਕਿਸ ਕੰਮ ਵਾਸਤੇ ਆਉਂਦੇ ਨੇ? ਕਿ ਹਕੀਮ ਸਾਹਿਬ ਕਮਰਾ ਹੈ, ਮੈਂ ਉੱਤੇ ਰੈਂਟ ਦਾ ਕੰਮ ਹੈ ਮੇਰਾ, ਉੱਤੇ ਸਾਰੀ ਮੈਂ ਬਿਲਡਿੰਗ ਆਪਣੀ ਰੈਂਟ ਤੇ ਰੱਖੀ ਹੋਈ ਹੈ, ਤਾਂ ਮੇਰੇ ਕੋਲ ਮੀਆਂ ਬੀਬੀ ਆਉਂਦੇ ਨੇ। ਅੱਛਾ, ਥੱਲੇ ਦਵਾਖਾਨਾ ਹੈ, ਉੱਤੇ ਰੈਂਟ ਦੇ ਉੱਤੇ? ਹਾਂਜੀ, ਬਿਲਕੁਲ। ਤੇ ਮੈਂ ਭਾਜੀ ਮੇਰੇ ਕੋਲ ਸ਼ਰਤੀਆ ਇਲਾਜ ਹੈ। ਇਹ ਮੈਂ ਤੁਹਾਨੂੰ ਇੱਕ ਦਵਾਈ ਦਿੰਦਾ ਵਾ, ਇਹ ਜਿਹੜੀ AK5 ਹੈ ਨਾ ਜੀ, ਤੁਸੀਂ AK47 ਤਾਂ ਸੁਣੀ ਹੋਣੀ ਹੈ ਜੀ। ਸਾਰਾ AK5 ਤੁਹਾਡੀ ਸੋਚ ਹੋਣੀ। ਮੁੰਡਾ ਕਹੋਗੇ ਤੇ AK5, ਤੇ ਜੇ ਕੁੜੀ ਕਹੋਗੇ ਤੇ AK5। ਇਹ ਦੋ ਗੋਲੀਆਂ ਵੱਖਰੀਆਂ ਨੇ। ਹਕੀਮ ਸਾਹਿਬ, ਦੋਵੇਂ ਦਵਾਈਆਂ ਦਾ ਨਾਂ ਤੇ ਇੱਕ ਹੀ ਦੱਸਿਆ ਤੁਸੀਂ? ਨਹੀਂ ਭਾਜੀ, ਇਹ AK5 ਹੈ, ਠੀਕ ਹੈ, ਤੇ ਇਹ AK5 ਹੈ। ਅੱਛਾ, ਫਰਕ ਹੈਗਾ 5 ਤੇ 5 ਦਾ ਫਰਕ ਹੈ? ਜੀ। ਇਹ ਸਾਡੀ ਤੁਹਾਨੂੰ ਪਤਾ ਦਵਾਈਆਂ ਦੇ ਵਿੱਚ ਨਾ ਥੋੜਾ ਜਿਹਾ ਹੁੰਦਾ ਮਾਮਲਾ। ਠੀਕ ਹੈ। ਮੇਰੇ ਕੋਲ ਇੱਕ ਬੱਚਾ ਹੈ, ਮੁੰਡਾ, ਠੀਕ ਉਹਨੇ ਹੈ। ਕਿਹਾ ਹਕੀਮ ਸਾਹਿਬ 18 ਸਾਲ ਹੋ ਗਏ ਨੇ, ਅੱਛਾ, ਔਲਾਦ ਨਹੀਂ ਹੋਈ। ਮੁੰਡੇ ਨੂੰ 18 ਸਾਲ ਹੋ ਗਏ ਸੀ, ਔਲਾਦ ਨਹੀਂ ਹੋਈ? ਹਾਂਜੀ। ਅੱਛਾ। ਮੈਂ ਕਿਹਾ ਘਬਰਾ ਹੀ ਨਾ, ਮੈਂ ਸਾਰਿਆਂ ਨੂੰ AK5 ਦੀਆਂ ਡੱਬੀਆਂ ਦਿੱਤੀਆਂ, ਆਦਮੀ ਵਾਲੀ, ਮਰਦਾਨਾ? ਹਾਂਜੀ, 4 ਡੱਬੀਆਂ ਦੇਤੀਆਂ, ਤੇ ਔਲਾਦ ਫੇਰ ਨਾ ਹੋਵੇ।
ਅੱਛਾ ਮੈਂ ਕਿਹਾ ਜੇ ਹੋ ਨਹੀਂ ਸਕਦਾ ਕਿ ਹਕੀਮ ਆਜ਼ਾਦ ਦਵਾਈ ਦੇਵੇ ਤੇ ਬੱਚਾ ਨਾ ਹੋਵੇ ਜੀ। ਅੱਛਾ ਮੈਂ ਕਿਹਾ ਪੁੱਤਰ ਰੋਲਾ ਕੀ ਹੈ? ਉਹਨੇ ਕਿਹਾ ਬਸ ਸ਼ਾਦੀ ਨਹੀਂ ਹੋਈ। ਹੈ ਤੇ 5 ਡੱਬੀਆਂ ਵੀ ਖਾ ਗਿਆ ਹਾਂਜੀ ਤੇ ਸ਼ਾਦੀ ਨਹੀਂ ਹੋਈ? ਹਾਂਜੀ। ਤੇ ਤੁਸੀਂ ਪਹਿਲੇ ਪੁੱਛਿਆ ਨਹੀਂ ਉਹਨੂੰ ਨਹੀਂ ਦੇਣ ਤੋਂ ਮੈਂ ਪਹਿਲੇ ਕਿ ਮੇਰੀ ਰਿਸ਼ਤੇ ਸ਼ਾਦੀ? ਕਰਾਉਣ ਵਾਲੀ ਮਾਈ ਸਾਂ ਕਿ ਮੈਂ ਉਹਨੂੰ ਰਿਸ਼ਤੇ ਦਾ ਵੀ ਪੁੱਛਦਾ। ਮੈਂ ਹਕੀਮ ਆ, ਮੈਂ ਆਪਣੀ ਦਵਾਈ ਦਿੱਤੀ। ਵਾਹ ਹਕੀਮ ਸਾਹਿਬ ਵਾਹ। ਹਾਂਜੀ। ਹਕੀਮ ਸਾਹਿਬ ਮੈਨੂੰ ਇਹ ਦੱਸਣਾ ਕਿ ਇਹਦੇ ਇਲਾਵਾ ਵੀ ਕੋਈ ਮਰੀਜ਼ ਆਇਆ ਕਦੀ ਤੁਹਾਡੇ ਕੋਲ? ਮਰੀਜ਼ਾਂ ਦੀ ਤਾਂ ਲਾਈਨ ਲੱਗੀ ਹੁੰਦੀ ਮੇਰੇ ਕੋਲ। ਅੱਛਾ ਸ਼ਾਹ ਜੀ ਮਰੀਜ਼ਾਂ ਤੇ ਮੇਰੇ ਕੋਲ ਐਂ ਜੀ, ਮੇਰੇ ਕੋਲ ਟਾਈਮ ਨਹੀਂ ਹੁੰਦਾ, ਅਪਾਇੰਟਮੈਂਟ ਲੈਣੀ ਪੈਂਦੀ ਹੈ ਮੇਰੇ ਵਾਸਤੇ। ਹਾਂਜੀ। ਕਿਆ ਬਾਤ। ਤੇ ਇੱਕ ਬੰਦਾ ਆਇਆ ਮੇਰੇ ਕੋਲ, ਜੋੜੇ ਤੇ ਜੋੜੇ ਆਉਣ ਨਾ ਜੀ। ਇੱਕ ਬੰਦੇ ਦੀ ਤੁਸੀਂ ਕੀ ਗੱਲ ਕਰਦੇ ਹੋ? ਜੋੜੇ ਆਉਂਦੇ ਨੇ ਜੋੜੇ। ਅੱਛਾ ਕਿ ਮੈਂ ਕਹਿੰਦਾ ਕਿ ਭਜਨ ਸ਼ਿਫਾ ਇੰਝ ਹੁੰਦੀ ਨਾ ਮੇਰੇ ਹੱਥਾਂ 'ਚ, ਇੰਝ ਸ਼ਿਫਾ ਹੈ ਨਾ ਮੇਰੇ ਹੱਥਾਂ 'ਚ ਜਿਵੇਂ ਲੈਣਾ ਨੇ। ਕਿਆ ਬਾਤ ਇੰਝ ਸ਼ਿਫਾ ਹੈ। ਕਿਆ ਬਾਤ। ਮੁੰਡਾ ਮੰਗਣ ਮੁੰਡਾ ਦੇਈਦਾ, ਕੁੜੀ ਮੰਗਣ ਕੁੜੀ ਦੇਈਦੀ। ਹਕੀਮ ਸਾਹਿਬ ਤੁਹਾਡੇ ਆਪਣੇ ਕਿੰਨੇ ਬੱਚੇ ਨੇ? ਮੇਰੇ ਦੇ ਹਲੇ ਕੋਈ ਨਹੀਂ ਹੈਗਾ। ਸ਼ਾਦੀ ਨੂੰ ਕਿੰਨੇ ਸਾਲ ਹੋ ਗਏ ਨੇ? ਇਹ ਹਲੇ ਜੁਮਾ 20 ਸਾਲ ਹੋਏ ਨੇ। ਤੁਹਾਡਾ ਕਹਿਣ ਦਾ ਮਤਲਬ ਹੈ ਤੁਸੀਂ ਲੋਕਾਂ ਨੂੰ ਮੁੰਡੇ ਤੇ ਧੀਆਂ ਦਿੰਦੇ ਹੋ ਹਾਂਜੀ। ਤੇ ਆਪਣੇ 20 ਸਾਲ ਦੇ ਵਿੱਚ ਤੁਹਾਡੀ ਕੋਈ ਔਲਾਦ ਨਹੀਂ? ਨਹੀਂ। ਹਕੀਮ ਸਾਹਿਬ ਇਹ ਕਿਹੜੀ ਆਪਣੇ ਤੇ ਹਕਮਤ ਕਿਉਂ ਨਹੀਂ ਇਸਤੇਮਾਲ ਕੀਤੀ ਤੁਸੀਂ? ਦੇਖੋ ਜੀ ਮੈਨੂੰ ਆਪਣੀ ਦਵਾਈ ਤੇ ਬੜਾ ਯਕੀਨ ਹੈ ਕਿ ਕੋਈ ਫਰਕ ਨਹੀਂ ਪੈਣਾ। ਨਹੀਂ ਮਤਲਬ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੀ ਦਵਾਈ, ਦੇਖੋ ਹਕੀਮ ਪਹਿਲੇ ਬਦਨਾਮ ਬੜੇ ਨੇ, 4-4 5-5 ਸ਼ਾਦੀਆਂ ਕਰ ਰਹੇ ਨੇ। ਜੀ ਜੀ ਠੀਕ ਹੈ। ਤੁਹਾਨੂੰ ਪਤਾ ਹੈ ਕਿ ਮੈਂ ਬਸ ਉਸ ਜਿਹੜੀ ਨਾ ਰੈਪੂਟੇਸ਼ਨ ਨੂੰ ਸਹੀ ਕਰਨਾ ਚਾਹ ਰਿਹਾ ਕਿ ਹਕੀਮ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ। ਬਿਲਕੁਲ ਠੀਕ। ਇਸ ਵਾਸਤੇ ਮੈਂ ਆਪਣੀ ਦਵਾਈ ਨੂੰ ਜ਼ਰਾ ਬਿਲਕੁਲ ਨਹੀਂ ਇਸਤੇਮਾਲ ਕਰਦਾ ਪਿਆ। ਮੈਂ ਜੇ ਅਗਰ ਮਰ ਗਿਆ تو کل میری حکمت والی گدی کون سامے گا؟ میرا تو وارث بھی کوئی نہیں۔ حکیم صاحب ابھی آپ نے بتایا کہ 20 سال ہو گیا آپ کی شادی کو، کوئی اولاد نہیں ہے جی، تو حکیم صاحب کیوں دوائیاں اپنے تے کیوں نہیں استعمال کیتی ہیں؟ دیکھو اگر میں اپنی دوائی کھا کے میں مر جاں، میری بات جو گدی کنے سامنے، حکمت والا ایڈا وڈا ذمہ داری کون سامے گا؟ تانوں اپنی دوائی تے اتنا یقین ہے کہ تسی مر ہی جاؤ گے؟ دیکھو اپنے ہاتھ دی چیزاں نہ پتہ ہوندا۔ ہاں جی، واہ۔ تے میں یہ نہیں چاہتا کہ میں دیکھو کوئی ایسا مریض آ جائے جہاں ضرورت مند ہے، میرے کو ڈبی آخری ہوئے تو میں اپنا سوچاں گا یا میں اپنے مریض کا سوچاں گا؟ میں پہلے مریض کا سوچاں گا۔ اس واسطے میں ڈبی کدی استعمال نہیں کی۔ زبردست، کیا بات ہے حکیم صاحب۔ ہاں جی، حکیم صاحب مینوں یہ دسو کہ ہر ڈاکٹر کسی نہ کسی چیز دا اسپیشلسٹ ہوندا ہے۔ ہاں جی، حکمت والے بھی اسپیشلسٹ ہوندے، تسی کس چیز دے اسپیشلسٹ ہو؟ سلیپنگ۔ ہیں؟ ہاں جی، سلیپنگ؟ ہاں جی۔ اے دیکھو کیڑی اج کل دے دور دے وچ کنی گہما گہمی ਭੱਜ ਦੌੜ ਹੈ، بالکل ٹھیک۔ ਨਫਸੋ ਨਫਸੀ ਦਾ ਆਲਮ ਹੈ، ਲੋਕਾਂ ਕੋਲ ਸੌਣ ਦਾ 1 ਮਿੰਟ ਦਾ ਟਾਈਮ ਨਹੀਂ۔ ਮੈਂ ਯਕੀਨ ਕਰੋ ਐਸੀ ਦਵਾਈ ਦੇ ਨਾਲ ਲੋਕ ਸੁੱਤੇ ਦੇ ਸੁੱਤੇ ਹੀ ਰਹਿ ਜਾਂਦੇ ਨੇ। ਕੀ ਮਤਲਬ ਸੁੱਤੇ ਸੁੱਤੇ ਰਹਿ ਜਾਂਦੇ? ਜ਼ਿੰਦਗੀ 'ਚ ਨਹੀਂ ਕਦੀ ਉੱਠਣਗੇ। ਇੰਨਾ ਆਰਾਮ, ਇੰਨਾ ਸਕੂਨ ਮਿਲਦਾ। ਇਹ ਮੇਰੀ ਇੱਕ ਦਵਾਈ ਹੈ, ਉਹ ਯਕੀਨ ਕਰੋ ਐਸਾ ਆਰਾਮ ਕਰਦੀ ਹੈ। T6 حکیم صاحب سیکس نہیں 6 T6 ਮੈਂ ਵੀ ਪਹਿਲੇ ਉਹੀ ਕਹਿ ਰਿਹਾ T6 سیکس نہیں 6 T6 ਯਾਰ ਉਹ ਮੁੰਡਾ ਇੱਕ ਰੱਖਿਆ ਵੇ ਅਨਪੜ੍ਹ ਜਿਹਾ ਹੈਗਾ BA ਪਾਸ ਤੇ ਉਹਨੇ ਗਲਤ ਲਿਖਿਆ। حکیم صاحب ਅਨਪੜ੍ਹ ਮੁੰਡੇ ਤੁਸੀਂ ਰੱਖੇ, ਤੁਹਾਡੀ ਆਪਣੀ ਤਾਲੀਮ ਕੀ ਹੈ? ਮੇਰੀ ਸਰ ਆਈ ਐਮ ਅ ਵੈਰੀ ਹਾਈਲੀ ਅਨਐਜੂਕੇਟਡ ਪਰਸਨ। ਦੇਖਿਆ ਮੇਰੀ ਇੰਗਲਿਸ਼ ਤੋਂ ਇੰਪ੍ਰੈਸ ਹੋਏ ਹੋ ਨਾ? ਜੀ। ਹਾਂਜੀ। حکیم صاحب ਕੀ ਕਿੰਨੀਆਂ ਜਮਾਤਾਂ ਪੜ੍ਹੇ ਤੁਸੀਂ? ਦੇਖੋ ਜੀ ਸ਼ੁਰੂ ਤੋਂ ਮੈਂ ਨੂਨ ਲੀਗ ਜਮਾਤ ਚ ਰਿਹਾ। ਨਹੀਂ ਨਹੀਂ حکیم صاحب ਤਾਲੀਮ ਕੀ ਹੈ ਤੁਹਾਡੀ? ਅੱਛਾ ਤਾਲੀਮ ਜੀ ਮੇਰੀ ਬੜੀ ਲੰਬੀ ਚੌੜੀ ਹੈ। ਹਾਂਜੀ ਤਾਲੀਮ ਤੇ ਮੇਰੀ ਵਾਕਈ ਇਬਤਦਾਈ ਤਾਲੀਮ حکیم صاحب ਕਿੱਥੋਂ ਲਿੱਤੀ ਤੁਸੀਂ? ABC? ਸਰ ਦੇਖੋ ਮੈਂ ਦੱਸ ਨਹੀਂ ਸਕਦਾ ਕਿ ਮੈਂ ਕਿੱਥੋਂ ਲਈ। ਅੱਛਾ। ਹਾਂਜੀ ਕਿਉਂਕਿ ਤੁਹਾਨੂੰ ਪਤਾ ਮੁਆਸ਼ਰੇ ਫਿਰ ਬਦਨਾਮੀ ਬੜੀ ਹੁੰਦੀ। ਉਹ ਤਾਲੀਮ ਦੀ ਬਦਨਾਮੀ حکیم صاحب ਕਿਹੜੀ ਹੋ ਗਈ? ਕਿੱਥੋਂ ਪੜ੍ਹੇ ਹੋ? ਕਿੱਥੋਂ ਤੁਸੀਂ ਸ਼ੁਰੂ ਕਿੱਥੋਂ ਕੀਤਾ ਪੜ੍ਹਾਈ? ਜੀ ਮੈਂ ਅਲੀ ਬੇ ਤੇ ਤੋਂ ਸ਼ੁਰੂ ਕੀਤਾ ਤੇ ABCD ਤੋਂ। ਤੇ ਖਤਮ ਫਿਰ ਕਦੋਂ ਕੀਤਾ ਜਨਾਬ ਨੇ? ਦੇਖੋ ਡੀ ਜਿਹੜਾ ਨਾ ਤੁਹਾਨੂੰ ਡੀ ਚੌਂਕ ਦਾ ਵੀ ਪਤਾ ਹੋਣਾ। ਹਾਂਜੀ ਉਸ ਤੋਂ ਅੱਗੇ ਫਿਰ ਮੈਂ ਨਹੀਂ ਜਾ ਸਕਿਆ। ਦੇਖੋ ਜਦੋਂ ABCD ਤੁਸੀਂ ਪੜ੍ਹ ਲਿਆ, ਮੇਨ ਨਿਚੋੜ ਤੁਹਾਡੇ ਕੋਲ ਆ ਗਿਆ। ਅਸਲ ਦੇ ਵਿੱਚ ਮੇਰੇ ਕੋਲੋਂ ਨਾ ਕੁਦਰਤ ਨੇ ਕੰਮ ਕੁਛ ਹੋਰ ਲੈਣਾ ਸੀ। ਮੈਂ ਤਾਲੀਮ ਤੋਂ ਤਾਂ ਮੈਂ ਬਹੁਤ ਅੱਗੇ ਹਾਂ। ਸਰ ਮੈਂ ਇੱਕ ਐਸੀ ਦਵਾਈ ਤਿਆਰ ਕੀਤੀ ਹੈ ਇਹ ਵਾਲੀ, ਇਹ ਤੁਸੀਂ ਚੈੱਕ ਕਰੋ। ਅਨੁਸ਼ਰੀਆ ਹੈ? ਅਨੁਸ਼ਰੀਆ। ਇਹਦੇ 2 ਚਮਚੇ ਸਵੇਰ, 2 ਚਮਚੇ ਦੁਪਹਿਰ ਤੇ 2 ਚਮਚੇ ਸ਼ਾਮ ਨੂੰ ਤੁਸੀਂ ਖਾਣੇ ਨੇ। ਠੀਕ ਹੈ। ਤੁਸੀਂ ਵੇਲਾ ਤੁਸੀਂ ਮਹੀਨੇ ਬਾਅਦ ਗ੍ਰੈਜੂਏਟ ਕੀਤਾ ਹੋਏਗਾ। ਇਹ ਤਾਲੀਮੀ ਦਵਾਈ ਪਾਈ, ਇਹ ਮੈਂ ਸਭ ਤੋਂ ਪਹਿਲੇ ਆਪ ਅਜ਼ਮਾਈ ਸੀ। ਯਕੀਨ ਕਰੋ ਵੱਡੇ ਵੱਡੇ ਬੈਠ ਕੇ ਮੇਰੇ ਸਾਹਮਣੇ ਕੰਮ ਦੇ, ਮੇਰੇ ਸਾਹਮਣੇ ਬੋਲਣ ਲੱਗਿਆ, ਸੋਚਦੇ ਨੇ ਕਿ ਹਕੀਮ ਸਾਹਿਬ ਦੇ ਸਾਹਮਣੇ ਅਸੀਂ ਕੋਈ ਗੱਲ ਐਸੀ ਨਾ ਕਰ ਦਈਏ ਜਿਹੜੀ ਸਾਨੂੰ ਨਾ ਐਜੂਕੇਟਡ ਪਰਸਨ ਲੱਗੇ। حکیم صاحب ਕੀ ਗੱਲਾਂ ਕਰਦੇ ਪਏ ਹੋ? ਕੌਣ
ਤੁਹਾਡੀ ਤਾਲੀਮ ਕੀ ਹੈ? ਤੁਸੀਂ ਇਹ ਹਕਮਤ ਦੇ ਜਿਹੜੇ ਮੈਂ ਦੇਖਿਆ ਤੁਹਾਡੇ ਕਲੀਨਿਕ ਦੇ ਵਿੱਚ ਜਾ ਕੇ ਤੁਸੀਂ ਸਾਹਮਣੇ ਹਰਬਲਿਸਟ ਦੀ ਡਿਗਰੀ ਲਾਈ ਹੋਈ ਹੈ। ਲਾਈ ਹੈ। ਇਹ ਕਿੱਥੋਂ ਮਿਲੀ ਹੈ? ਤੁਸੀਂ ਕਿੱਥੋਂ ਕੀਤਾ ਜੇ? ਕਿਹੜੀ ਯੂਨੀਵਰਸਿਟੀ ਤੋਂ ਪੜ੍ਹੇ ਹੋ? ਕਿੱਥੋਂ ਮਿਲੀ ਮਤਲਬ ਮੈਂ ਐਤਵਾਰ ਬਾਜ਼ਾਰ ਤੋਂ ਲੈ ਕੇ ਆਇਆ ਹਾਂ ਸਰ। ਜਿਹੜੇ ਤੁਹਾਡੇ ਹਾਲਾਤ ਨੇ ਮੈਨੂੰ ਲੱਗ ਜੁਮੇ ਬਾਜ਼ਾਰ ਦੀ ਰਹੀ ਹੋ। ਸ਼ਾਹ ਜੀ ਤਾਲੀਮ ਜਿਹੜੀ ਹੈ ਨਾ ਇਹ ਆਸਾਨ ਨਹੀਂ ਹੈਗਾ। ਮੈਂ ਤਾਲੀਮ ਵਾਸਤੇ ਬੜੀ ਦੇਰ ਜਿਹੜਾ ਨਾ ਮੁਲਕੋਂ ਬਾਹਰ ਰਿਹਾ। ਕਿਹੜੇ ਮੁਲਕ 'ਚ? ਤੁਹਾਨੂੰ ਮੇਰੇ ਬਾਰੇ ਰਿਸਰਚ ਹੋਣੀ ਚਾਹੀਦੀ ਹੈ। ਇੱਥੇ ਵੇਖੋ ਹਾਂ ਮੈਂ ਕਿੰਨੇ ਦਿਨ ਪੱਤੋ ਕੀ ਰਿਹਾ ਵਾਂ। ਹੈਂ? ਕਿੰਨੇ ਆਇਆ ਵੇਖੋ, ਵੀਜ਼ਾ ਨਹੀਂ ਲੱਗਦਾ ਉੱਥੋਂ ਦਾ। ਪੱਤੋ ਕੀ? ਹਾਂਜੀ ਇਹ ਨਾਲ ਉੱਥੇ ਤਾਂ ਮੈਨੂੰ ਪਤਾ ਕੀ ਲੱਗਾ ਸੀ ਕਿ ਪੱਤੋ ਕੀ ਦੇ ਵਿੱਚ ਜਿਹੜਾ ਨਾ ਉੱਥੇ ਸਰ ਬੜੇ ਬੜੇ ਹਕੀਮ ਜੇ। ਮੇਰੇ ਦਾਦਾ ਉਸਤਾਦ ਉੱਥੇ ਨੇ। ਹਕੀਮ ਸਾਹਿਬ ਮੇਰਾ ਸਵਾਲ ਉੱਥੇ ਹੀ ਹੈ, ਡਿਗਰੀ ਕਿੱਥੋਂ ਕੀਤੀ ਹੈ? ਸਰ ਮੇਰੇ ਕੋਲ 3rd ਡਿਗਰੀ ਹੈ। ਤੀਸਰੀ ਡਿਗਰੀ ਮੇਰੇ ਕੋਲ ਹੈਗੀ ਜੀ। ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਹਾਂ। ਹਕੀਮ ਸਾਹਿਬ ਮੈਨੂੰ ਇਹ ਦੱਸੋ, ਪੱਤੋ ਕੀ ਤੁਸੀਂ ਦੱਸਿਆ ਉੱਥੋਂ ਡਿਗਰੀ ਕੀਤੀ? ਹਾਂਜੀ। ਪੱਤੋ ਕੀ ਕਿਹੜੀ ਜਗ੍ਹਾ ਤੋਂ, ਕਿਹੜੀ ਯੂਨੀਵਰਸਿਟੀ ਚੋਂ, ਕਿਹੜੇ ਕਾਲਜ ਚੋਂ? ਪੱਤੋ ਕੀ ਦੇ ਵਿੱਚ ਸੱਜੇ ਖੱਬੇ ਰੋਡ ਦੇ ਉੱਤੇ ਇੰਨੀ ਜੜੀ ਬੂਟੀ ਹੈ ਨਾ, ਉੱਥੇ ਬਹਿ ਕੇ ਤੁਹਾਡੇ ਭਾਈ ਨੇ 6 ਸਾਲ ਰਿਸਰਚ ਕੀਤੀ ਹੈ ਔਰ ਉੱਥੇ ਕੰਮ ਕੀਤਾ। ਪੱਤੋ ਕੱਲੀ ਬੂਟੀ ਜੜੀ ਬੂਟੀ ਮੈਂ ਇੱਕ ਗਮਲੇ ਚ ਲਾਈ। ਉਹ ਮੈਨੂੰ ਤਾਂ ਲੱਗਦਾ ਹਕੀਮ ਸਾਹਿਬ ਕਿਸੇ ਨਰਸਰੀ 'ਚ ਕੰਮ ਕਰਦੇ ਰਹੇ ਹੋ ਤੁਸੀਂ। ਨਹੀਂ ਨਰਸਰੀ ਮੈਂ ਸਕੂਲ 'ਚ ਪੜ੍ਹਿਆ। ਨਰਸਰੀ ਤੇ ਮੇਰੀ ਬਿਲਕੁਲ ਹਾਈ ਕਲਾਸ ਮੇਰੀ ਹੈਗੀ ਰਹੀ। ਹਾਈ ਕਲਾਸ ਨਰਸਰੀ 'ਚ ਪੜ੍ਹੇ ਹੋ? ਹਾਂਜੀ। ਕਿਹੜੀ ਨਰਸਰੀ 'ਚ ਪੜ੍ਹੇ? ਨਰਸਰੀ ਜਿਹੜੀ ਪ੍ਰੈਪ ਤੋਂ ਪਹਿਲੇ ਆਉਂਦੀ। ਇਹਦਾ ਮਤਲਬ ਤੁਹਾਡੇ ਕੋਲ ਡਿਗਰੀ ਕੋਈ ਨਹੀਂ ਹੈਗੀ? ਸਰ ਇਸ ਟਾਈਮ ਜੇਬ 'ਚ ਤਾਂ ਕੋਈ ਨਹੀਂ ਮੇਰੇ। ਹਕੀਮ ਸਾਹਿਬ ਤੁਹਾਡੇ ਜੇਬ 'ਚ ਕੀ, ਤੁਹਾਡੇ ਖਾਬੋ ਖਿਆਲ ਦੇ ਵਿੱਚ ਕੋਈ ਡਿਗਰੀ ਨਹੀਂ? ਭਾਈ ਜਾਨ ਤੁਹਾਨੂੰ ਮੈਂ ਗੱਲ ਦੱਸਾਂ ਜੀ, ਤੁਹਾਡੇ ਹਾਊਸ ਸੁਭਾਅ ਤੋਂ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਵੀ ਕੋਈ ਕਮਜ਼ੋਰੀ। ਮੇਰੇ ਕੋਲ ਤੁਹਾਡੇ ਨਾਲ ਦਾ ਇੱਕ ਬੰਦਾ ਆਇਆ, ਅੱਛਾ, ਮਰਦਾਨਾ ਕਮਜ਼ੋਰੀ ਸੀ। ਸਿਰਫ ਇਹ ਪੁੜੀ ਨੇ ਹੱਥ 'ਚ ਰੱਖੀ ਤਾਂ ਖੜਾ ਹੋ ਗਿਆ। ਕੀ ਖੜਾ ਹੋ ਗਿਆ? ਕੀ ਆਪ ਖੜਾ ਹੋ ਗਿਆ ਬੰਦਾ ਕਿ ਹਕੀਮ ਸਾਹਿਬ ਦੀ ਫੀਸ ਦੱਸੋ, ਬਸ ਦਵਾਈ ਲੈ ਲੈਣੀ, ਫਿਰ ਗੱਲ ਖਤਮ ਹੋ ਗਈ। ਭਾਈ ਜਾਨ ਜਿਹੜਾ ਪੱਤੋ ਕੀ ਦਾ ਵੀਜ਼ਾ ਨਾ ਇਹ ਆਸਾਨ ਨਹੀਂ ਹੈਗਾ। ਅੱਛਾ। ਜਿਸ ਦੌਰ 'ਚ ਮੈਂ ਤਾਲੀਮ ਹਾਸਲ ਕੀਤੀ ਹੈ ਉਸ ਦੌਰ ਦੇ ਵਿੱਚ ਤੁਸੀਂ ਤਾਂ ਬੱਚੇ ਆਜ ਤੇ ਤੁਹਾਨੂੰ ਪਤਾ ਹੀ ਨਹੀਂ ਹੈਗਾ। ਤੁਹਾਡੇ ਤੇ ਦੌਰ 'ਚ ਜਹਾਜ਼ ਆ ਗਏ, ਗੱਡੀਆਂ ਆ ਗਈਆਂ, ਫੋਰਚੂਨਰ ਹੁਣ ਆਈ ਆ। ਹਾਂਜੀ ਫੋਰਚੂਨਰ ਹੁਣ ਆਈ ਫੋਰਚੂਨਰ। ਜੀ। ਤੇ ਮੈਂ ਤੇ ਉਦੋਂ ਸਟਰਗਲ ਕੀਤੀ। ਤੁਸੀਂ ਯਕੀਨ ਮੰਨੋਗੇ ਉਦੋਂ ਦਫ਼ਤਰ ਹੁੰਦਾ ਸੀ ਮਨਾਰੇ ਪਾਕਿਸਤਾਨ ਦੇ ਉੱਤੇ। ਮਨਾਰੇ ਪਾਕਿਸਤਾਨ ਦੇ ਉੱਤੇ? ਹਾਂਜੀ। ਕਿਹਦਾ ਦਫ਼ਤਰ? ਵੀਜ਼ੇ ਵਾਲੇ ਦਾ। ਅੱਛਾ। ਮੈਨੂੰ ਪਤਾ ਹੈ ਕਿ ਮੈਂ ਉੱਥੇ ਕਿੰਨੀ ਦੇਰ ਚੁੰਝ ਤੇ ਬੈਠਾ ਰਿਹਾ ਵਾਂ ਵੀਜ਼ਾ ਲਵਾਉਣ ਵਾਸਤੇ। ਨਹੀਂ ਮੈਂ ਨਹੀਂ ਮੰਨਦਾ, ਚੁੰਝ ਤੇ ਤੁਸੀਂ ਬਹਿ ਹੀ ਨਹੀਂ ਸਕਦੇ, ਤੁਹਾਡਾ ਵਜੂਦ ਹੀ ਨਹੀਂ। ਜੇ ਮੈਂ ਤੁਹਾਨੂੰ ਨਿਸ਼ਾਨ ਵਿਖਾ ਦਿਆਂ ਮੰਨ ਜਾਓਗੇ? ਨਾ ਠੀਕ ਮੰਨ ਬਹਿ ਜਾਓ। ਅੱਛਾ ਫਿਰ? ਹਾਂਜੀ। ਤੇ ਤੁਸੀਂ ਯਕੀਨ ਮੰਨੋਗੇ ਕਿ ਉੱਥੇ ਮੈਂ ਲਾਈਨ 'ਚ ਲੱਗ ਕੇ ਵੀਜ਼ਾ ਲਵਾਇਆ। ਉਸ ਬੰਦੇ ਨੇ ਜਿਸ ਜਗ੍ਹਾ ਤੇ ਮੇਰਾ ਵੀਜ਼ਾ ਲਾਇਆ ਨਾ ਤੁਹਾਨੂੰ ਮੈਂ ਨਹੀਂ ਦੱਸ ਸਕਦਾ। ਮੈਂ ਨਹੀਂ ਪੁੱਛਦਾ। ਦੱਸੋ ਅੱਗੇ ਦੱਸੋ ਫਿਰ। ਮੈਨੂੰ ਅੱਜ ਵੀ ਉਸ ਵੀਜ਼ੇ ਦੀ ਤਕਲੀਫ ਮਹਿਸੂਸ ਹੁੰਦੀ। ਤੁਹਾਨੂੰ ਲੱਗਦਾ ਕਿ ਇਹ ਆਸਾਨ ਹੈ ਵੀਜ਼ਾ? ਪੱਤੋ ਕੀ ਦਾ ਮੇਰੇ ਸਾਹ ਬੰਦ ਹੋ ਗਏ ਸਰ ਵੀਜ਼ਾ ਲਾਉਣ ਲੱਗੇ। ਅੱਛਾ, ਉਹ ਨਿਸ਼ਾਨ ਹਜੇ ਤੱਕ ਹੈਗਾ ਤੁਹਾਡੇ? ਜੀ ਜਨਾਬ। ਤਕਲੀਫ ਵੀ ਹੁੰਦੀ ਹੈ? ਹੁਣ ਤੇ ਨਹੀਂ, ਹੁਣ ਤੇ ਕਈ ਵੀਜ਼ੇ ਲੱਗ ਚੁੱਕੇ ਨੇ। ਅੱਛਾ, ਯਾਨੀ ਕਿ ਹੁਣ ਸ਼ੇਖੂਪੁਰਾ ਜੜਾਂ ਵਾਲਾ ਵੀ ਤੁਸੀਂ ਗਏ ਹੋਏਗੇ? ਬਿਲਕੁਲ। ਉਹ ਉੱਥੇ ਤਾਂ ਜੜ੍ਹਾਂ ਨਿਕਲੀਆਂ ਨੇ ਇੱਕ ਬੰਦੀਆਂ। ਅੱਛਾ। ਲਓ ਜੀ ਮੈਂ ਵੀਜ਼ਾ ਲਵਾ ਕੇ ਲੱਥਾ ਵਾਂ। ਕਿੱਥੇ? ਭਾਈ ਮਨਾਰ ਪਾਕਿਸਤਾਨ ਥੱਲੇ ਉਤਰਿਆ। ਅੱਛਾ, ਆਪ ਹੀ ਉਤਰੇ ਸੀ ਜਾਂ ਕਿਸੇ ਨੇ? ਨਹੀਂ ਤੁਹਾਨੂੰ? ਨਹੀਂ, ਉਹਨਾਂ ਨੇ ਮੈਨੂੰ ਦੱਸਿਆ ਦਫ਼ਤਰ ਕਹਿੰਦੇ ਤੁਹਾਡਾ ਵੀਜ਼ਾ ਲੱਗ ਗਿਆ ਹੁਣ ਉਤਰ ਜਾਓ। ਅੱਛਾ। ਮੈਂ ਫਿਰ ਥੱਲੇ ਉਤਰਿਆ ਭਾਈ ਜਾਨ। ਉੱਥੋਂ ਮੈਂ ਪੁੱਛਿਆ ਭਾਈ ਇੱਕ ਨੂੰ, ਮੈਂ ਕਿਹਾ ਯਾਰ ਇੱਥੋਂ ਪੱਤੋ ਕੀ ਦਾ ਰਾਹ ਕਿਹੜੇ ਪਾਸੇ? ਉਹਨੇ ਕਿਹਾ ਪੁਲ ਤੇ ਚੜ੍ਹ। ਹੈਂ? ਪੁਲ ਤੇ ਚੜ੍ਹ। ਅੱਛਾ। ਹਾਂਜੀ। ਉੱਥੋਂ ਸਰ ਫਿਰ ਮੈਂ ਮਜਬੂਰਨ ਪੁਲ ਤੇ ਚੜ੍ਹਿਆ। ਮੈਂ ਕਿਹਾ ਹੁਣੇ ਤਾਂ ਮੈਂ ਚੜ੍ਹਿਆ ਵਾ ਉੱਥੇ ਮਨਾਰ ਪਾਕਿਸਤਾਨ, ਤੇ ਤੂੰ ਵੀ ਕਹਿ ਫਿਰ ਉੱਥੋਂ ਭਜਨ ਪੁਲ ਤੇ ਚੜ੍ਹਿਆ। ਤਕਰੀਬਨ ਮੈਨੂੰ ਕੋਈ 15 ਤੋਂ 20 ਮਿੰਟ ਲੱਗ ਗਏ ਪੁਲ ਤੇ ਚੜ੍ਹਿਆ। ਹਾਂ, ਜਿੱਡਾ ਤੁਹਾਡਾ ਵਜੂਦ ਹੈ ਇੰਨਾ ਟਾਈਮ ਲੱਗ ਗਿਆ। ਉੱਥੇ ਫਿਰ ਤੁਸੀਂ ਭਾਈ ਫਿਰ ਸਿਕਿਉਰਿਟੀ ਵਾਲੇ, ਕਿਉਂਕਿ ਮੈਨੂੰ ਫਿਰ ਉੱਥੋਂ ਸਾਰਾ ਇਲਾਕਾ ਨਜ਼ਰ ਆਉਣ ਲੱਗ ਗਿਆ, ਸ਼ਾਹੀ ਮਹੱਲਾ ਤੇ ਇਹ ਵੋ। ਲੋ ਜੀ ਮੈਂ ਕਿਹਾ ਥੋੜ੍ਹਾ ਇੰਜੋਏ ਕਰ ਲਈ, ਹਵਾ ਵੀ ਵੱਜ ਰਹੀ, ਠੀਕ ਹੈ ਨਾ। ਹੁਣ ਫਿਰ ਪਿੱਛੋਂ ਸਿਕਿਉਰਿਟੀ ਵਾਲੇ ਸਖਤੀ ਤੁਹਾਨੂੰ ਪਤਾ ਉਹਨਾਂ ਲੈ ਜਾ ਪੁਲ ਤੋਂ। ਠੀਕ। ਫਿਰ ਮੈਂ ਉੱਥੋਂ ਉਤਰਿਆ। ਫਿਰ ਮੈਂ ਜਨਾਬ ਜੀ ਉਹ ਜੰਗਲੇ ਦੇ ਨਾਲ ਠੁੱਡੇ ਠੇਠੇ ਖਾਂਦਿਆਂ ਮੈਂ ਪਹੁੰਚ ਗਿਆ ਫਿਰ, ਠੀਕ ਹੈ ਨਾ, ਠੋਕਰ ਤੇ। ਕਿਉਂਕਿ ਜਿਹਨੇ ਠੋਕਰਾਂ ਖਾਧੀਆਂ ਉਹਨਾਂ ਭਜਨ ਉਹੀ ਠੋਕਰ ਤੇ ਜਾਂਦਾ ਜੇ। ਠੋਕਰ ਤੋਂ ਫਿਰ ਅੱਗੇ ਮੈਂ ਗਿਆ ਵਾਂ ਤੇ ਮੈਂ ਰੋਡ ਪਿਆ ਜੇ ਭਾਈ ਜਾਨ। ਮੈਨੂੰ ਯਕੀਨ ਕਰੋਗੇ 3.5 ਮਹੀਨੇ ਲੱਗੇ ਨੇ ਪੱਤੋ ਕੀ ਪਹੁੰਚਣ ਲੱਗੇ। ਕੀ ਰੇਂਗ ਕੇ ਜਾ ਰਹੇ ਸੀ ਤੁਸੀਂ? 3.5 ਮਹੀਨੇ ਲੱਗੇ? ਸਰ ਤਾਲੀਮ ਇਹ ਪੱਤੋ ਕੀ ਪਿਆ ਨਾਲ? ਭਾਵੇਂ ਕਿੱਥੇ ਪਿਆ? ਤਾਂ ਅਲਮਾਰੀ 'ਚ ਰੱਖਿਆ ਤੁਸੀਂ ਪੱਤੋ ਕੀ? ਮਤਲਬ ਥੋੜੀ ਦੂਰ ਹੈ ਨਾ ਹਕੀਮ ਸਾਹਿਬ। ਔਰ ਜਨਾਬ ਪੈਦਲ ਸਫ਼ਰ ਕੀਤੇ ਨੇ ਤਾਲੀਮ ਹਾਸਲ ਕਰਨ ਵਾਸਤੇ, ਉੱਥੇ ਤੱਕ ਗਏ ਅਸੀਂ। ਤੁਸੀਂ ਹੁਣ ਕਹਿੰਦੇ ਕਿ ਸਾਡੇ ਕੋਲ ਡਿਗਰੀਆਂ ਨਹੀਂ ਹੈਗੀਆਂ। ਹਕੀਮ ਸਾਹਿਬ ਮੈਨੂੰ ਇਹ ਦੱਸੋ, ਤੁਸੀਂ ਮੋਟਾਪਾ ਅੱਜ ਕੱਲ੍ਹ ਇੱਕ
ਬਹੁਤ ਵੱਡੀ ਬਿਮਾਰੀ ਹੈਗੀ ਹੈ ਤੇ ਤੁਸੀਂ ਇਸ ਬਿਮਾਰੀ ਦਾ ਬੇਤਹਾਸ਼ਾ ਸ਼ਿਕਾਰ ਹੋ। ਤੁਸੀਂ ਇਹ ਦੱਸੋ ਕਿ ਕੋਈ ਇਹਦਾ ਵੀ ਇਲਾਜ ਕੱਢਿਆ ਕਿ ਨਹੀਂ? ਉਮੈਰ ਸਾਹਿਬ, ਜਦੋਂ ਇੱਕ ਚੀਜ਼ ਦੇ ਬਾਰੇ 'ਚ ਨਾ ਪਤਾ ਹੋਵੇ ਨਾ ਤੇ ਉਹਦੇ ਬਾਰੇ 'ਚ ਆਪਣੀ ਰਾਏ ਨਹੀਂ ਦੇਣੀ ਚਾਹੀਦੀ। ਬਿਲਕੁਲ ਠੀਕ। ਮੋਟਾਪਾ ਤੁਹਾਨੂੰ ਕਿਹਨੇ ਕਿਹਾ ਬਿਮਾਰੀ? ਹੋਰ ਕੀ ਹੈ ਬਿਮਾਰੀ? ਮੋਟਾਪਾ ਇੱਕ ਰਹਿਮਤ ਹੈ। ਹਾਂਜੀ, ਇੱਕ ਰਹਿਮਤ ਫਾਇਦੇਮੰਦ ਕਿੱਥੋਂ? ਚੀਜ਼ ਹੈ। ਰਹਿਮਤ ਕਿਤੇ ਹੋ ਗਈ? ਤੁਸੀਂ ਬੈਠੇ ਹੋ, ਤੁਹਾਨੂੰ ਕਿਸੇ ਨੇ ਇਹ ਨਹੀਂ ਕਹਿਣਾ ਕਿ ਉੱਠ ਕੇ ਆ ਕੰਮ ਕਰ। ਉਹਨਾਂ ਨੇ ਕਹਿਣਾ ਜਿੰਨੇ ਦੇ ਮੋਟੇ ਨੇ ਉੱਠਣਾ, ਉਹਨਾਂ ਦੇ ਅਸੀਂ ਇਹ ਕੰਮ 2 ਵਾਰੀ ਕਰ ਲੈਣਾ। ਅੱਛਾ, ਹਾਂ ਠੀਕ, ਫਾਇਦਾ ਤੇ ਹੈ। ਫਾਇਦਾ ਹੈ ਕਿ ਨਹੀਂ ਹੈ? ਬਿਲਕੁਲ। ਫਿਰ ਤੁਹਾਨੂੰ ਸਾਲਣ ਪਤਾ ਲੱਭਦਾ ਘਰ 'ਚ ਹੈ। ਹਾਂਜੀ, ਇਹ ਮੋਟਾਪੇ ਦੀ ਇੱਜ਼ਤ ਆ ਜਿਹੜਾ ਮੈਨੂੰ ਵੱਡੀ ਬੋਟੀ ਦਿੰਦੇ ਆ ਘਰ ਵਾਲੇ ਜਦੋਂ ਗੋਸ਼ ਪੱਕੇ। ਕਿਹਦੇ 'ਚ ਦਿੰਦੇ ਨੇ? ਕਹਿੰਦੇ ਮਤਲਬ ਕਿ ਦੋਰੀ 'ਚ ਦੇਣਾ, ਮੈਂ ਕੁੱਤਾ ਵਾਂ? ਮੇਰਾ ਮਤਲਬ ਕਿਹਦੇ 'ਚ ਦਿੰਦੇ ਨੇ? ਕਿਸੇ ਕਟੋਰੀ 'ਚ ਦਿੰਦੇ ਨੇ, ਪਰਾਤ 'ਚ, ਜਾਂ ਪਤੀਲੇ 'ਚ ਪਾ ਕੇ ਦਿੰਦੇ ਉਹ ਨੇ? ਯਾਰ ਮੈਂ ਕੀ ਕੁੱਤਾ ਵਾਂ ਕਿ ਮੈਨੂੰ ਉਹਨੇ ਕਟੋਰੀ 'ਚ ਪਾ ਕੇ ਦੇਣਾ ਵਾ? ਅੱਛਾ, ਕਿਹਦੇ 'ਚ? ਕੋਲੀ ਕਹੋ ਨਾ ਜੀ, ਕੋਲੀ। ਅੱਛਾ, ਕੋਲੀ, ਚਲੋ ਕੋਲੀ ਕਰ। ਹਾਂਜੀ ਹਾਂਜੀ, ਕੋਲੀ 'ਚ ਲਈਦਾ। ਪਤੀਲੇ ਦਾ ਮਤਲਬ ਕੀ ਹੁੰਦਾ ਕਿ ਪਤੀਲੇ 'ਚ ਮੈਨੂੰ ਦੇਣਗੇ? ਇਹ ਮਤਲਬ ਜਿਸ ਤਰ੍ਹਾਂ ਮਾਸ਼ਾਅੱਲਾ ਤੁਹਾਨੂੰ ਸਾਲਨ ਦੂਸਰੀ ਵਾਰੀ ਦੇ ਦਿੰਦੇ ਨੇ? ਦੂਜੀ ਵਾਰੀ? ਅੱਲਾ ਦੇ ਬੰਦੇ, ਉਹ ਸਾਲਣ ਤੇ ਜਿੰਨੀ ਵਾਰੀ ਮੰਗਾ ਰੋਟੀ ਮੇਰੇ ਕੋਲ ਨਾ ਖਾਲਾ ਸਾਲਣ ਨਹੀਂ ਖਾਦਾ ਜਾਂਦਾ। ਉਹ ਥੋੜਾ ਸਾਲਣ ਮਾ ਕੇ ਵਿੱਚ ਫਿਰ ਲੰਬਾ ਪਾਣੀ ਪਾ ਦਿੰਦੇ ਨੇ, ਕਹਿੰਦੇ ਇਹਦੇ ਨਾਲ ਹੀ ਪੂਰੀ ਕਰ ਰੋਟੀ। ਅੱਛਾ ਜੀ। ਤੇ ਹੋਰ ਮਜ਼ੀਦ ਕੋਈ ਫਾਇਦਾ ਮੋਟਾਪੇ ਦਾ ਜਨਾਬ? ਬੜੇ ਫਾਇਦੇ ਨੇ ਭਾਜਨ। ਹੋਰ? ਤੁਸੀਂ ਜਾਓਗੇ, ਤੁਹਾਨੂੰ ਸੂਟ ਡਬਲ ਲੈਣਾ ਪੈਣਾ। ਇੱਕ ਸੂਟ ਨਾ ਦੇਖੋ, ਤੁਸੀਂ ਅਮੀਰੀ ਕਾਹਦੀ, ਜੇ ਇੱਕ ਮਾੜਾ ਬੰਦਾ ਹੋਵੇ ਸਿੰਗਲ ਸੂਟ ਲੈ ਕੇ ਆਈਏ, ਇਹ ਭਜਨ ਨਹੀਂ ਹੁੰਦਾ, ਪਤਾ ਲੱਗੇ ਡਬਲ ਸੂਟ ਲੱਗਾ। ਤੇ ਦਰਜੀ ਸਿਲਾਈ ਵੀ ਫਿਰ 3 ਗੁਣਾ ਲੈਂਦਾ ਹੋਏਗਾ? ਹਾਂਜੀ, ਮੈਂ ਦਰਜੀ ਮੇਰਾ ਮਰੀਜ਼ ਹੈ। ਅੱਛਾ, ਮਰੀਜ਼ ਹੈਗਾ। ਹਾਂਜੀ, ਉਹਦੀ ਕਮਜ਼ੋਰੀਆਂ ਮੈਂ ਜਾਣਦਾ। ਅੱਛਾ ਅੱਛਾ ਅੱਛਾ, ਕਿਹੜੀ ਕਿਹੜੀ ਕਮਜ਼ੋਰੀ ਉਹਨੇ? ਸਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਅੱਛਾ। ਹਾਂਜੀ, ਨਾਜ਼ੁਕ ਸੂਰਤ ਹਾਲ? ਬਹੁਤ ਨਾਜ਼ੁਕ ਹੈ ਉਹ। ਤੇ ਮੈਨੂੰ ਉਹਨੇ ਦੱਸਿਆ, ਉਹਨੇ ਕਿਹਾ ਹਕੀਮ ਸਾਹਿਬ ਇੰਚ ਦਾ ਬੜਾ ਫਰਕ ਹੁੰਦਾ ਹੈ। ਹਾਂਜੀ। ਕੀ? ਦੁਬਾਰਾ ਦੱਸਣਾ। ਇੰਚ ਨਾਲ ਬੜਾ ਫਰਕ ਪੈਂਦਾ। ਭਾਈ ਨੂੰ ਦਰਜੀ ਹੈ ਨਾ, ਫੀਤਾ ਉਹਨੇ ਟੰਗਿਆ ਹੁੰਦਾ, ਕਹਿੰਦਾ ਇੰਚ ਦਾ। ਅੱਛਾ, ਹਾਂ, ਨਹੀਂ ਤੁਹਾਡਾ ਪਹੁੰਚਾ ਇੰਚ ਵੱਡਾ ਰੱਖ ਦਾਂਗਾ ਤਾਂ ਖੁੱਲਾ ਪਹੁੰਚਾ। ਜੀ ਬਿਲਕੁਲ ਬਿਲਕੁਲ ਠੀਕ ਠੀਕ, ਤੇ ਮੈਂ ਸਮਝ ਗਿਆ। ਹਾਂਜੀ, ਉਹ ਤੇ ਜ਼ਿੱਦ ਲਾ ਰਿਹਾ ਸੀ ਮੇਰੇ ਨਾਲ। ਅੱਛਾ। ਕਹਿੰਦਾ ਹਕੀਮ ਸਾਹਿਬ ਘੱਟੋ ਘੱਟ ਨਾ 8 ਇੰਚ ਦਾ ਹੋਣਾ ਚਾਹੀਦਾ ਪਹੁੰਚਾ। ਅੱਛਾ ਅੱਛਾ। ਉਹ ਮੈਂ ਕਿਹਾ ਨਹੀਂ, ਅੱਲਾ ਦੇ ਬੰਦੇ, ਉਹਦੇ ਫਿਰ ਉਹ ਹੁੰਦਾ ਕਿ ਪਿੰਨੀ ਤੋਂ ਬਹੁਤ ਤੱਕ ਆ ਜਾਂਦੇ ਸਵਾਲ। 6.5 ਇੰਚ ਇਨਫ ਹੁੰਦਾ ਪਹੁੰਚਾ। ਹਾਂਜੀ, ਉਹਦੇ ਪੂਰੀ ਲੱਤ ਬਾਹਰ ਆ ਜਾਂਦੀ ਹੈ। ਪਹੁੰਚਾ ਜੀ। ਹਕੀਮ ਸਾਹਿਬ, ਮੈਨੂੰ ਇਹ ਦੱਸੋ ਕਿ ਕਦੀ ਤੁਹਾਡੀ ਦਵਾਈ ਜਿਹੜੀ ਹੈ ਤੁਸੀਂ ਤਿਆਰ ਕਰਦੇ ਹੋ ਜੀ, ਘਰ ਵਾਲਿਆਂ ਦੇ ਇਸਤੇਮਾਲ ਕੀਤੀ ਹੈ ਕਦੀ? ਨਹੀਂ। ਉਹਦੀ ਕੀ ਵਜ੍ਹਾ? ਉਹਨਾਂ ਨੂੰ ਇਤਬਾਰ ਬੜਾ। ਕਿਹਦੇ ਤੇ? ਦਵਾਈ ਤੇ ਜਾਂ ਤੁਹਾਡੇ ਤੇ? ਨਹੀਂ, ਦੋਵਾਂ ਤੇ ਨਹੀਂ ਹੈਗਾ। ਉਹਨਾਂ ਨੂੰ ਇਸ ਗੱਲ ਦਾ ਬੜਾ ਯਕੀਨ ਹੈ ਜੇ ਅਸੀਂ ਦਵਾਈ ਖਾਧੀ ਤੇ ਮਰ ਜਾਏਗਾ। ਦੇਖੋ, ਇਹ ਜਿਹੜੀ ਦਵਾਈਆਂ ਨਾ ਜੀ, ਇਹ ਮੈਂ ਸੋਨੇ ਦੇ ਵਰਗ ਪਾ ਕੇ ਨਾ ਇਹ ਦਵਾਈਆਂ ਬਣਾਈਆਂ ਨੇ, ਤਾਂ ਮੈਂ ਕਿਵੇਂ ਦੇ ਦਿਆਂ ਕਿਸੇ ਨੂੰ? ਨਹੀਂ, ਘਰਦਿਆਂ ਨੂੰ ਵੀ ਨਹੀਂ ਦਿੱਤੀ ਕਦੀ ਬਿਮਾਰੀ ਦੇ ਵਿੱਚ? ਭਾਈਜਾਨ, ਇਹ ਡੱਬੀਆਂ ਜਿਹੜੀਆਂ ਨਾ ਮੇਰੇ ਘਰ ਕਮੋ ਪੇਸ਼ ਕੁਛ ਨਹੀਂ 30 ਤੋਂ 35 ਨੇ। ਅੱਛਾ। ਹਾਂਜੀ, ਉਹ ਬੇਗਮ ਮੇਰੇ ਨੇ ਸਾਰੀਆਂ ਦਵਾਈਆਂ ਰੋੜ ਕੇ, ਇੱਕ 'ਚ ਨਮਕ ਪਾਇਆ, ਇੱਕ 'ਚ ਮਿਰਚਾਂ ਪਾਈਆਂ, ਇੱਕ 'ਚ ਹਲਦੀ ਪਾਈਆਂ, ਉਹ ਕਿਚਨ 'ਚ ਫਿਰ ਇਹਦੇ ਨਾਲ ਦੀ ਡੱਬੀਆਂ ਉਹਨੇ ਰੱਖੀਆਂ ਨੇ। ਅੱਛਾ 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 ਅੱਛਾ। ਹਾਂਜੀ, ਯਾਨੀ ਕਿ ਤੁਹਾਡੇ ਘਰਦਿਆਂ ਨੂੰ ਵੀ ਤੁਹਾਡੇ ਤੇ ਇਤਬਾਰ ਹੈਗਾ ਕਿ ਦਵਾਈ ਖਾ ਲਈ ਤੇ ਕਨਫਰਮ ਮੌਤ ਹੈਗੀ? ਹਾਂਜੀ ਹਾਂਜੀ, ਕਿਉਂਕਿ ਤੁਸੀਂ ਆਪ ਵੀ ਨਹੀਂ ਮੌਤ ਖਾਂਦੇ ਵਾਲੀ ਕਰਦੇ। ਕਿਹੜੀ ਗੱਲ? ਦੇਖੋ ਮੇਰੀ ਗੱਲ ਸੁਣੋ ਭਾਈਜਾਨ, ਹਕੀਮ ਲੁਕਮਾਨ ਸਾਹਿਬ ਨੇ ਆਖਿਆ ਜੀ ਕਿ ਮੌਤ ਤੇ ਵਹਿਮ ਤੋਂ ਇਲਾਵਾ ਹਰ ਚੀਜ਼ ਦਾ ਇਲਾਜ ਹੈ ਦੁਨੀਆ 'ਚ, ਤੇ ਮੈਂ ਮੌਤ ਦਾ ਵੀ ਇਲਾਜ ਕੱਢ ਦਿੱਤਾ। ਅੱਛਾ ਜੀ। ਲਓ ਹਕੀਮ ਸਾਹਿਬ, ਮੌਤ ਦਾ ਇਲਾਜ? ਹਾਂਜੀ। ਕੀ ਗੱਲਾਂ ਕਰਦੇ ਪਏ ਹੋ ਤੁਸੀਂ? ਭਾਈਜਾਨ, ਉਹ ਜਿਹੜੇ ਕਹਿੰਦੇ ਨੇ ਕਿ ਮੌਤ ਦਾ ਇਲਾਜ ਹੀ ਕੋਈ ਨਹੀਂ, ਮੈਂ ਕਿਹਾ ਖਾਓ ਦਵਾਈ, ਹੁਣੇ ਮੌਤ ਆਏਗੀ। ਉਹ ਹਕੀਮ ਸਾਹਿਬ, ਮੌਤ ਤੋਂ ਬਚਣ ਦੀ ਦਵਾਈ ਹੁੰਦੀ ਹੈ। ਤੁਹਾਡੀ ਦਵਾਈ ਖਾ ਕੇ ਕਿਸੇ ਨੂੰ ਮੌਤ ਆ ਗਈ, ਇਹਦੇ 'ਚ ਤੁਹਾਡਾ ਕੀ ਕਮਾਲ ਹੈਗਾ? ਕਿਉਂ ਨਹੀਂ ਕਮਾਲ ਇਹ ਹੈਗਾ? ਤਾਂ ਤੁਹਾਡੀ ਇਨਕੰਪੀਟੈਂਸੀ ਹੈ। ਦੇਖੋ, ਪਾਪੂਲੇਸ਼ਨ ਜਿਹੜੀ ਹੈ ਨਾ ਜੀ ਹਾਂਜੀ। ਇਸ ਦੁਨੀਆ ਦੀ ਬਹੁਤ ਜ਼ਿਆਦਾ ਹੋ ਗਈ, ਤੇ ਤੁਸੀਂ ਕੀਤੀ ਹੈ? ਨਹੀਂ, ਮੈਂ ਤਾਂ ਘਟਾਉਣੀ ਹੈ ਨਾ। ਇਹ ਹੁੰਦਾ ਸੀ, ਇਹ ਦਵਾਈ ਰੱਖੀ ਮੈਂ, ਇਹ ਵਾਲੀ ਦਵਾਈ ਦਾ ਨਾਮ ਹਕੀਮ ਸਾਹਿਬ ਰੂਮੀ ਲਿਖਿਆ ਹੋਇਆ ਹੈ। ਮੈਨੂੰ ਪਤਾ ਨਾ, ਮੈਂ ਲਿਖੀ ਹੈ। ਇਹ ਵੀ ਫਾਰਸੀ 'ਚ ਲਿਖਿਆ? ਨਹੀਂ, ਇਹ ਫਾਰਸੀ 'ਚ ਨਹੀਂ ਹੈ। ਇਹ ਕੀ ਹੈ? ਇਹ ਚਾਈਨੀਜ਼ ਹੈ। ਹਕੀਮ ਸਾਹਿਬ, ਤੁਹਾਨੂੰ ਕੀ ਲੱਗ ਰਿਹਾ ਕਿ ਇਹ ਦਵਾਈ ਖਾ ਕੇ ਬੰਦਾ ਮਰ ਜਾਏਗਾ? ਨਹੀਂ, ਕੀ ਗੱਲ ਕਰ, ਤੜਪ ਕੇ ਮਰੇਗਾ। ਉਹ ਹਕੀਮ ਸਾਹਿਬ, ਇਹਦੇ 'ਚ ਤੁਹਾਡਾ ਕੋਈ ਕਮਾਲ ਨਹੀਂ ਹੈਗਾ। ਉਹ ਮੈਂ ਤਾਂ ਕਹਿ ਰਿਹਾ ਮੇਰਾ ਕੋਈ ਕਮਾਲ ਨਹੀਂ, ਦਵਾਈ ਦਾ ਕਮਾਲ ਹੈ ਸਾਰਾ। ਤੇ ਦਵਾਈ ਤੇ ਤੁਸੀਂ ਬਣਾਈ ਹੈ ਨਾ? ਹਾਂਜੀ। ਤੇ ਗਲਤ ਦਵਾਈ ਬਣਾਈ ਹੈ ਜਨਾਬ ਨੇ। ਸਰ, ਇਹ ਇਨਵੈਂਟ ਹੋਈ ਹੈ ਦਵਾਈ ਗਲਤੀ ਨਾਲ, ਯਾਨੀ ਕਿ ਬਣ ਗਈ ਤੁਹਾਡੇ ਕੋਲ? ਹਾਂਜੀ, ਮੈਂ ਇਹਦੇ 'ਚ ਥੋੜਾ ਜਿਹਾ ਪਾਇਆ, ਕੋਈ 50 ਗ੍ਰਾਮ ਨੀਲਾ ਥੋਥਾ। ਹੈ? ਹਾਂਜੀ, ਨੀਲਾ ਥੋਥਾ। ਇਹ ਕਿਹੜੀ ਜੜੀ ਬੂਟੀ?
ਭਾਜਨ ਇੱਕ ਨੀਲੇ ਰੰਗ ਦੀ ਫਟਕਰੀ ਜੀ ਟਾਈਪ ਜੀ ਹੁੰਦੀ ਹੈ, ਉਹ ਪਾਈ ਹੈ। ਉਂਝ ਥੁੱਕ ਸੁੱਟ ਕੇ ਪਾਈ ਹੈ ਨੀਲਾ ਤੋਤਾ? ਨੀਲਾ ਤੋਤਾ ਤੁਹਾਨੂੰ ਨਹੀਂ ਪਤਾ? ਖਾ ਕੇ ਵੇਖੋ, ਇਹ ਲੋ। ਨਹੀਂ ਮੈਨੂੰ ਦੱਸ ਦਿਓ। ਭਾਈ ਦਵਾਈ ਦਾ ਨਾਮ ਹੈ ਰੀ, ਇਹ ਲਵੋਗੇ ਨਾ ਤੁਹਾਨੂੰ ਮਜ਼ੇ ਆਣਗੇ। ਇਹ ਰੀ ਨੂੰ ਛੱਡੋ, ਮੈਨੂੰ ਇਹ ਦੱਸੋ ਕਿ ਇਹਦੇ ਚ ਜਿਹੜੀ ਤੁਸੀਂ ਕਹਿ ਰਹੇ ਹੋ ਨੀਲਾ ਤੋਤਾ, ਹਾਂਜੀ ਇਹ ਕੀ ਹੈ? ਇਹ ਭਾਜਨ ਸਰਚ ਕਰ ਲਓ ਤੁਸੀਂ, ਨੀਲਾ ਤੋਤਾ। ਹਾਂਜੀ ਨੀਲਾ ਤੋਤਾ, ਹਾਂ ਵੇਖੋ ਇਹ ਕਿੱਡੀ ਸਖਤ ਹੁੰਦੀ ਨੇ, ਪੀਣਾ ਬੜਾ ਮੌਖਾ ਵਾ। ਉਹ ਹਕੀਮ ਸਾਹਿਬ ਜ਼ਹਿਰ ਹੈਗਾ, ਨੀਲਾ ਤੋਤਾ ਜ਼ਹਿਰ ਹੈਗਾ, ਕੀ ਕਰਦੇ ਪਿਓ ਤੁਸੀਂ? ਜ਼ਹਿਰ? ਮੈਂ ਵੀ ਆਖਾਂ ਯਾਰ ਮੇਰੀ ਦਵਾਈ ਫੌਰਨ ਅਸਰ ਕਰਦੀ। ਇਹ ਤੁਹਾਨੂੰ ਕਿਹਨੇ ਸਮਝਾਇਆ ਕਿ ਇਹ ਨੀਲਾ ਤੋਤਾ ਪਾ ਕੇ ਲੋਕਾਂ ਨੂੰ ਤੁਸੀਂ ਮਾਰੀ ਜਾ ਰਹੇ ਹੋ? ਸਰ ਤੁਸੀਂ ਆਪੇ ਤਾਂ ਕਹਿ ਰਹੇ ਸੀ ਕਿ ਮੌਤ ਦਾ ਇਲਾਜ ਨਹੀਂ, ਤੇ ਮੈਂ ਫਿਰ ਕੱਢ ਦਿੱਤਾ। ਮੈਂ ਕਿਹਾ ਹੈਗਾ ਇਲਾਜ ਮੌਤ ਦਾ, ਕਿਉਂ ਨਹੀਂ ਆਉਂਦੀ? ਯਾਰ ਹਕੀਮ ਸਾਹਿਬ ਮੈਨੂੰ ਇਹ ਦੱਸੋ ਕਿ ਅੱਜ ਕੱਲ ਇੱਕ ਬਹੁਤ ਵੱਡਾ ਮਸਲਾ ਹੈ, ਲੋਕੀ ਗੋਰਾ ਹੋਣਾ ਚਾਹ ਰਹੇ ਨੇ, ਬਿਊਟੀ ਕਰੀਮਾਂ ਵਗੈਰਾ ਇਹ ਲਾਉਂਦੇ ਨੇ, ਤੁਸੀਂ ਕੋਈ ਇਹਦਾ ਵੀ ਇਲਾਜ ਕੱਢਿਆ? ਉਹ ਉਮੈਰ ਸਾਹਿਬ ਨਿਰੇ ਕੈਮੀਕਲ ਹੈਗੇ ਨੇ। ਅੱਛਾ, ਇਹ ਕਰੀਮਾਂ ਦੀਆਂ ਮਸ਼ਹੂਰੀਆਂ ਚੱਲਣ ਦੀ ਹੈ ਕਿ ਇਤਨੇ ਦਿਨ में ਵਾਈਟ, ਇਤਨੇ में ਹਰ ਹਕੀਮ ਤੋਂ ਦੂਸਰਾ ਵਾਈਟ ਕਰੀਮ ਲੈ ਫਿਰਦਾ। ਹਕੀਮ ਅਸਲ ਹੋਏ ਜਿਹੜਾ ਵਾਈਟ ਨੂੰ ਬਲੈਕ ਕਰੇ ਹੈ। ਹਾਂਜੀ, ਮੇਰੇ ਕੋਲ ਇੱਕ ਬੜਾ ਮਸ਼ਹੂਰ ਬੰਦਾ ਮੇਰਾ ਮਰੀਜ਼, ਕੌਣ? ਉਹਨੇ ਕਿਹਾ ਮੈਨੂੰ ਐਸਾ ਕਰ ਦਿਓ ਕਿ ਦੁਨੀਆ ਮੈਨੂੰ ਜਾਣੇ। ਅੱਛਾ, ਉਹਨੂੰ ਦਵਾਈ ਦਿੱਤੀ ਹੈ, ਉਹਨੇ ਐਸਾ ਰੰਗ ਫੜਿਆ। ਮੈਂ ਕਹਿੰਦਾ ਇਹ ਵੇਖੋ, ਇਹ ਬੰਦਾ ਹੈ। ਹਾਂਜੀ ਇਹ ਤੇ ਗੋਗਾ ਹੈ। ਹਾਂਜੀ, ਇਹ ਜਿੰਨਾ ਇਹਨੂੰ ਮੈਂ ਐਸੀ ਦਵਾਈ ਦਿੱਤੀ ਹੈ, ਆਹ ਲਈ ਆਹ ਦਵਾਈ ਦੇ ਭਜਨ ਹੈ, ਇਹ ਮੈਦਾ ਕੀੜਾ ਹੈ, ਮੈਦੇ ਦਾ ਕੀੜਾ। ਅੱਛਾ, ਇਹਦੇ ਕੀੜੇ ਮਾਰਨ ਵਾਸਤੇ ਦਵਾਈ ਦਿੱਤੀ ਹੈ? ਨਹੀਂ, ਇਹ ਕੀੜਾ ਅੰਦਰ ਸਟੇ ਕਰੇਗਾ। ਅੱਛਾ, ਕੀੜਾ ਅੰਦਰ ਸਟੇ। ਹਾਂਜੀ, ਇਹ ਰੰਗ ਚੇਂਜ, ਖੂਨ ਸੁਕਾ ਦੇਗਾ, ਖੂਨ ਸਾੜ ਦੇਗਾ। ਇਹ ਵੇਖੋ ਭਾਈਜਾਨ, ਸੜਿਆ ਵੇਖੋ ਕਿਸਾ ਇਹਦਾ ਕਰਮ ਹੋਇਆ ਕਿ ਪੂਰੀ ਦੁਨੀਆ ਜਾਣਦੀ ਹੈ। ਐਡਾ ਬਦੀਦ ਇਨਸਾਨ ਹੈ, ਇਹਦੇ ਕੋਲ ਫੀਸ ਤੱਕ ਨਹੀਂ ਮੈਂ ਲਈ, ਲੇਕਿਨ ਇਹਨੇ ਕਦੀ ਕਿਸੇ ਇੰਟਰਵਿਊ 'ਚ ਮੇਰਾ ਨਾਮ ਲਿਆ ਕਿ ਯਾਰ ਮੈਂ ਜਿਹੜਾ ਨਾ ਹਕੀਮ ਆਜ਼ਾਦ ਕੰਧ ਪਾੜ ਦੀ ਦਵਾਈ ਖਾ ਕੇ ਇੰਦਾ ਹੋਇਆ ਤੇ ਮੇਰੇ ਤੇ ਕਰਮ ਹੋਇਆ, ਲੇਕਿਨ ਨਹੀਂ। ਯਾਨੀ ਕਿ ਇਹ ਜਿਹੜਾ ਹਾਲਾਤ ਗੋਗੇ ਪਸਰੂਰੀ ਦੇ ਹੋਏ ਨੇ, ਹਾਂਜੀ, ਇਹ ਤੁਹਾਡੀ ਵਸਾਖਤ ਨਾ ਹੋਏ ਨੇ? ਉਹ ਭਾਈਜਾਨ ਮੇਰੀ ਵਜ੍ਹਾ ਤੋਂ ਨਹੀਂ ਹੈ, ਮੈਦਾ ਕੀੜਾ ਦੀ ਵਜ੍ਹਾ ਤੋਂ ਹੋਏ ਨੇ ਇਹ ਦਵਾਈਆਂ। ਯਾਰ ਹਕੀਮ ਸਾਹਿਬ ਮੈਨੂੰ ਇਹ ਦੱਸੋ ਕਿ ਇਸ ਪੂਰੀ ਦਵਾਈ ਦਾ ਅਸਰ ਹਾਂ ਇਹ ਸ਼ਕਲ ਤੇ ਸਿਰਫ ਪੈਂਦਾ ਹੀ ਜਾਂ ਪੂਰੇ ਜਿਸਮ ਤੇ ਪੈਂਦਾ? ਨਹੀਂ, ਤੁਹਾਨੂੰ ਇਹ ਵੇਖੋ, ਇਹ ਤੁਹਾਨੂੰ ਲੱਗਦਾ ਨਹੀਂ ਮਿਸਰ ਦੇ ਇੱਕ ਵੱਡੇ ਜਿਹੜੇ ਉਸ ਉਹਨਾਂ ਦੀ ਲੜੀ ਚੋਂ ਫਿਰੌਨ ਦੀ? ਅਸਤਗਫਿਰੁੱਲਾਹ, ਭਾਈ ਮੈਂ ਤੇ ਗੱਲ ਕਰ ਨਹੀਂ ਸਕਦਾ ਹੈਗਾ, ਲੇਕਿਨ ਨਾ ਇਸ ਬੰਦੇ ਨੂੰ ਤੁਹਾਨੂੰ ਕਿਧਰੇ ਮਿਲੇ ਤੈਨੂੰ ਕਹਿਣਾ ਕਿ ਭਾਈ ਮੇਰੀ ਫੀਸ ਤੇ ਦੇ, ਤੂੰ ਮੇਰਾ ਨਾਮ ਨਹੀਂ ਲੈਣਾ। ਤੇ ਔਰ ਐਸਾ ਬੰਦਾ ਹੈਗਾ, ਉਸਤਾਦ ਵੀ ਮੇਰੀ ਦਵਾਈ ਖਵਾਤੀ, ਮੇਰੇ ਕੋਲ ਦੋ ਜਣੇ ਦਵਾਈ ਲੈ ਕੇ ਜਾਂਦਾ ਰਿਹਾ। ਅੱਛਾ, ਹਾਂਜੀ, ਤੇ ਤੁਸੀਂ ਇਹਨਾਂ ਦੀ ਸ਼ਕਲ ਤੇ ਤਰਸ ਖਾ ਕੇ ਫ੍ਰੀ ਦਵਾਈ ਨਹੀਂ ਦਿੱਤੀ? ਉਹ ਸਰ ਜਦੋਂ ਮੇਰੇ ਕੋਲ ਆਇਆ ਸੀ ਨਾ, ਇਹਨੇ ਆਖਿਆ ਜੀ ਕਿ ਮੈਂ ਬੜੀ ਜਲਦੀ ਮਸ਼ਹੂਰ ਹੋਣਾ ਨਾ, ਹਾਂ, ਤੇ ਜਦੋਂ ਮੈਂ ਮਸ਼ਹੂਰ ਹੋ ਗਿਆ ਤੇ ਮੈਂ ਤੁਹਾਡੀ ਹਰ ਪਾਸੇ ਮਸ਼ਹੂਰੀ ਕਰਾਂਗਾ। ਅੱਛਾ, ਹਾਂਜੀ, ਤੇ ਇਹਨੇ ਮੇਰੀ ਮਸ਼ਹੂਰੀ ਨਹੀਂ ਕੀਤੀ। ਭਾਈ ਜਾਨ ਕਹਿੰਦੇ ਨੇ ਨਾ ਕਿ ਇਸ਼ਕ ਤੇ ਮਸ਼ੂਕ ਇਹ ਲੁਕੀ ਨਹੀਂ ਰਹਿ ਸਕਦੀ, ਤੇ ਨਾ ਖਾਲਸ ਚੀਜ਼ ਲੁਕੀ ਰਹਿ ਸਕਦੀ। ਬਿਲਕੁਲ ਠੀਕ। ਹਕੀਮ ਆਜ਼ਾਦ ਕੰਧ ਪਾੜ ਦੀ ਦਵਾਈ ਲੁਕੀ ਰਹੀਏ, ਹੋ ਨਹੀਂ ਸਕਦਾ। ਇਹ ਵੱਡੇ ਜਿੰਨੇ ਵੀ ਇਨਫਲੂਐਂਸਰ ਹੈਗੇ ਨੇ, ਹਾਂਜੀ, ਇਹ ਜਿਹੜੇ ਹੈ ਟਿਕਟੋਕਰ ਤੇ ਇਨਫਲੂਐਂਸਰ, ਹਾਂ, ਔਰ ਜ਼ੁਲਕਰਨੈਨ, ਉਹਨੇ ਮੇਰੀ ਦਵਾਈ ਦਾ ਜ਼ਿਕਰ ਕੀਤਾ, ਮੇਰੇ ਮਰੀਜ਼ ਦਾ ਜ਼ਿਕਰ ਕੀਤਾ ਉਹਨੇ। ਕਿਹੜੀ ਦਵਾਈ? ਇਹ ਜਿਹੜਾ ਪਿਛਲੇ ਦਿਨਾਂ ਦਾ ਬਿਆਨ ਨਹੀਂ ਆਇਆ ਕਿ ਮਰਦ से ही लड़ता है और ये बात ना मर्द को समझ नहीं आती। ਇਹਦੇ ਵਿੱਚ ਤੁਹਾਡਾ ਮਰੀਜ਼ ਕਿਹੜਾ ਸੀ? ਉਹ ਜਿਹੜਾ ਨਾ ਮਰਦ ਜ਼ੁਲਕਰਨੈਨ 1 ਰੁਪਈਆ ਨਹੀਂ ਲਿਆ ਮੇਰੀ ਮਸ਼ਹੂਰੀ ਵਾਸਤੇ। ਉਹਨੇ ਨਾ ਮਰਦ ਦੀ ਮਸ਼ਹੂਰੀ ਕਰਾਈ ਕਿ ਨਹੀਂ ਕਰਾਈ? ਬਿਲਕੁਲ। ਉਹ ਹਕੀਮ ਆਜ਼ਾਦ ਅੱਖਾਂ ਤੇ ਪਾੜ ਦੇ ਤੋ ਸਾਰੀ ਜ਼ਿੰਦਗੀ ਸਾਨ ਮੰਦ ਰਵਾਂਗਾ ਮੈਂ ਤੇਰਾ ਜ਼ੁਲਕਰਨੈਨ। ਉਹਨੇ ਜਦੋਂ ਆਣਾ ਇਹ ਮਹਿਦਾ ਕੀੜਾ ਦਵਾਈ ਉਹਨੂੰ ਮੈਂ ਦੇਣੀ ਆ। ਓਏ ਹਕੀਮ ਸਾਹਿਬ ਗਲਤ ਦਵਾਈ ਚੁੱਕ ਲਈ ਹੈ, ਗਲਤ। ਉਹ ਸੌਰੀ ਰੀ ਹੈਗੀ ਹੈ। ਨਹੀਂ ਹਕੀਮ ਸਾਹਿਬ, ਰੀ ਨਹੀਂ, ਤੁਹਾਨੂੰ ਹੀ ਸੂਟ ਕਰਦਾ। ਭਜਨ ਰੀ ਅੰਦਰੋਂ ਜ਼ੋਰ ਲਾਓ, ਰੀ। ਠੀਕ ਹੈ, ਠੀਕ ਹੈ। ਇਹਦੇ ਵਾਸਤੇ ਨਾ ਜ਼ੋਰ ਜਿੰਨਾ ਲੱਗਦਾ ਨਾ, ਮੈਨੂੰ ਪਤਾ ਵੀਜ਼ੇ ਵਾਲੀ ਜਗ੍ਹਾ ਦੁਖਦੀ ਹੈ। ਇਹ ਦਵਾਈ ਦਿਆਂਗਾ ਮੇਦਾ ਕੀੜਾ ਉਹਨੂੰ। ਠੀਕ ਹੈ। ਹਾਂਜੀ ਹਕੀਮ ਸਾਹਿਬ, ਮੈਨੂੰ ਸਮਝ ਨਹੀਂ ਆਈ ਦਵਾਈ ਦੀ, ਮੇਦਾ ਕੀੜਾ ਕੀ ਹੈ? ਭਾਈਜਾਨ ਮੇਦਾ ਕੀੜਾ ਹੁੰਦਾ ਵਾ, ਇਹਦੇ ਕੀੜਾ ਮਾਰ ਕੇ ਦੇਖੋ ਜੀ ਦਵਾਈ ਜਿਹੜੀ ਨਾ, ਉਹ ਤੁਸੀਂ ਖਾਓਗੇ, ਠੀਕ ਹੈ। ਇਹਦੇ ਕੀੜਾ ਮੈਂ ਇੱਕ ਬੜਾ ਖਾਸ ਜੰਗਲੀ ਕੀੜਾ ਹੈਗਾ, ਮੈਂ ਬੜੀ ਮੁਸ਼ਕਿਲ ਜਾ ਕੇ ਫੜਿਆ ਉਹਨੂੰ, ਕੀੜੇ ਨੂੰ। ਹਾਂਜੀ, ਫੜਿਆ ਤੁਸੀਂ? ਹਾਂਜੀ। ਅੱਛਾ। ਉਹ ਤਾਂ ਹੱਥੇ ਨਹੀਂ ਸੀ ਆਂਦਾ, ਉਹ ਤਾਂ ਬੜਾ ਮੁਸ਼ਕਿਲ ਆਟਾ ਲਾ ਕੇ ਤੁਹਾਨੂੰ ਮੈਂ ਫੜਿਆ। ਬੇਗ ਉਹਨੂੰ ਕਹਿੰਦੇ ਆ। ਹੈ ਲਾਲ ਬੇਗ? ਹਾਂਜੀ ਹਾਂਜੀ। ਨਹੀਂ, ਜਿਹੜਾ ਮੈਂ ਫੜਿਆ ਜੀ ਉਹ ਮਹਿਰੂਨ ਰੰਗ ਦਾ ਸੀ। ਯਾਰ ਲਾਲ ਬੇਗ ਵਾਲੀ ਕਿਹੜੀ ਗੱਲ ਨਹੀਂ ਸੀ? ਦਵਾਈ ਦਾ ਨਾਮ ਤੁਸੀਂ ਅਗਰ ਕੋਈ ਕਾਪੀ ਕਰ ਲੈਂਦਾ ਫਿਰ ਕੌਣ ਜ਼ਿੰਮੇਦਾਰ ਹੈ? ਉਮੈਰ ਸਾਹਿਬ, ਮੇਰੀ ਦਵਾਈ ਦੀ ਕਾਪੀ ਹੋਈ, ਮੈਂ ਤੁਹਾਡੇ ਤੇ ਕਲੇਮ ਪਾਣਾ। ਹਕੀਮ ਸਾਹਿਬ ਚਲੋ ਅੱਗੇ ਚਲੋ। ਮੈਂ ਹਾਈਏ ਕਰਾਤੀ ਵਕੀਲ ਨਾਲ ਰੋਟੀ ਖਾਧੀ ਆ, ਉਹਨੂੰ ਮੈਂ ਕਹਿਣਾ ਕੇਸ ਕਰੋ।
ਮੇਰੀ ਬੜੀ ਵਾਕਫੀਅਤ ਆ, ਉਹ ਮੇਰੇ ਨਾਲ ਹਰ ਰੋਜ਼ ਆ ਕੇ ਬੈਠਾ ਹੁੰਦਾ ਲਿਆ ਤੁਮ ਕੜਾਈ ਤੇ ਭਾਈ। ਚਾਚੂ ਰੀ ਮੇਰੇ ਜ਼ਾਤੀ ਮਾਮੂ ਆ। ਹੈਂ? ਹਾਂਜੀ ਜ਼ਾਤੀ ਚਾਚੂ ਰੀ ਤੁਹਾਡੇ ਜ਼ਾਤੀ ਮਾਮੂ ਨੇ? ਹਾਂਜੀ। ਅੰਮੀ ਅਬੂ ਭਰਾ ਸੀ ਤੁਹਾਡੇ? ਆ ਕਬੀਰ ਚਾਚੂ ਸਾਹਿਬ ਐਡਵੋਕੇਟ ਮੇਰੇ ਯਾਰ ਆ ਰਾਤੀ ਮੇਰੇ ਨਾਲ ਬਹਿ ਕੇ ਨਾਲ ਰੋਟੀ ਖਾਧੀ ਆ। ਅੱਛਾ, ਹਾਂਜੀ ਮੇਰੇ ਦੂਰ ਨੇੜੇ ਦੇ ਮਾਮੂ ਆ। ਚਾਚੂ ਵੀ ਨੇ ਤੇ ਮਾਮੂ ਵੀ ਨੇ? ਹਾਂਜੀ ਅੱਲਾ ਤੇ ਬੰਦਾ ਬੜਾ ਮਸ਼ਹੂਰ ਵਕੀਲ ਜੇ। ਕਿਸੇ ਯਾਰ, ਭੁਲੇਖੇ ਨਾਲ ਮੈਂ ਇੱਜ਼ਤ ਕਰ ਰਿਹਾ ਨਾ ਤੇ ਇੱਜ਼ਤ ਵਿੱਚ ਰਵੋ। ਹਕੀਮ ਸਾਹਿਬ ਦੇਖੋ, ਹਾਈਪਰ ਨਾ ਹੋ। ਹਾਂਜੀ ਅਸੀਂ ਇੰਟਰਵਿਊ ਵਾਸਤੇ ਬੈਠੇ ਆ, ਅਸੀਂ ਤਹਮੁਲ ਨਾਲ ਬਹਿ ਕੇ ਗੱਲ ਭਾਈਜਾਨ ਇਹ ਦਵਾਈ ਖਾਓਗੇ ਨਾ, ਇਹ ਜਿਹੜਾ ਮੈਂ ਜਿਹਨੂੰ ਦਿੱਤੀ ਆ ਦਵਾਈ ਨਿਕਲ ਜਾਂਦੀ ਆ, ਕੀੜਾ ਸੱਟ ਹੋ ਜਾਂਦਾ ਅੰਦਰ ਪਰਮਾਨੈਂਟ। ਪਰਮਾਨੈਂਟ। ਵਾਹ ਸੱਚ। ਜਦੋਂ ਕੰਮ ਕਰੋਗੇ ਅੰਦਰ ਸੱਟ ਮਾਰੇਗਾ। ਹੈ? ਰੋਕੇਗਾ। ਪੜ੍ਹਿਆ ਲਿਖਿਆ ਕੀੜਾ ਪਾਏ ਨਾ। ਅੱਛਾ, ਤੁਸੀਂ ਇਸ ਰਿਸਰਚ ਪੜ੍ਹੋ ਹਾਂ ਕਿ ਲਾਲ ਬੇਗ ਦੇ ਉੱਤੇ ਕਿੰਨੀ ਰਿਸਰਚ ਹੈ ਕਿ ਕਿੰਨਾ ਜ਼ਹੀਨ ਤਰੀਨ ਤੇ ਕਰੋੜਾਂ ਸਾਲ ਪੁਰਾਣਾ ਕੀੜਾ ਹੈ ਕਿ ਨਹੀਂ ਹੈ? ਬਿਲਕੁਲ। ਐਟਮ ਬੰਬ ਦਾ ਵੀ ਨਹੀਂ ਅਸਰ ਹੁੰਦਾ ਉਹਦੇ ਤੇ। ਹਾਂਜੀ ਐਟਮ ਬੰਬ ਦਾ ਅਸਰ ਵੀ ਨਹੀਂ ਹੁੰਦਾ ਉਹਦੇ ਤੇ। ਹਾਂਜੀ ਨਹੀਂ ਹੁੰਦਾ। ਤੇ ਤੁਹਾਨੂੰ ਵੀ ਨਹੀਂ ਅਸਰ ਹੋਇਆ ਉਹਦਾ? ਮੈਂ ਲਾਲ ਬੇਗ ਹਕੀਮ ਸਾਹਿਬ ਤੁਸੀਂ ਲਾਲ ਬੇਗ ਤੋਂ ਘੱਟ ਵੀ ਨਹੀਂ ਹੈਗੇ, ਤੁਸੀਂ ਇਸ ਟਾਈਮ ਸੁੱਜੇ ਪੁੱਜੇ ਬੇਗ ਹੈਗੇ ਹੋ, ਜਾਮਨੀ ਬੇਗ ਸ਼ਕਲੋਂ ਲੱਗ ਤੁਸੀਂ ਰਹੇ। ਗੱਲ ਵੀ ਬੜੀ ਸੁੱਜੀ ਪੁੱਜੀ ਕਰ ਰਹੇ ਹੋ। ਤੁਹਾਡੀ ਬੜੀ ਮਿਹਰਬਾਨੀ। ਮੇਰੇ ਨਾਲ ਇੰਟਰਵਿਊ ਤੇ ਰਹੋ। ਹਕੀਮ ਸਾਹਿਬ ਮੇਰੀ ਗੱਲ ਸੁਣੋ, ਜੀ। ਮੈਨੂੰ ਇਸ ਗੱਲ ਦਾ ਜਵਾਬ ਦਿਓ। ਤੁਸੀਂ ਕੀ ਕਿਹਾ ਜੇ? ਕਸੀ ਹਾਂਜੀ ਮੈਂ ਕਿਹਾ ਕਦੀ ਤੁਸੀਂ ਦਿਮਾਗ ਦਾ ਕੋਈ ਦਵਾਈ ਬਣਾਈ ਹੈ ਦਿਮਾਗ ਦੇ ਇਲਾਜ ਵਾਸਤੇ? ਬਣਾਈਏ ਕਿਉਂ ਨਹੀਂ ਬਣਾਈ? ਤੇ ਆਪ ਕਿਉਂ ਨਹੀਂ ਖਾਧੀ? ਤੁਹਾਨੂੰ ਮੈਂ ਦੱਸ ਰਿਹਾ, ਹਜੇ ਤੱਕ ਦੇ ਇੰਟਰਵਿਊ ਦੇ ਵਿੱਚ ਮੈਂ ਜਿਹੜਾ ਖੁਲਾਸਾ ਕੱਢਿਆ ਉਹ ਇਹੀ ਹੈ ਕਿ ਤੁਹਾਨੂੰ ਬਹੁਤ ਸਖਤ ਅਸ਼ਦ ਜ਼ਰੂਰਤ ਹੈਗੀ ਹੈ ਕੋਈ ਦਿਮਾਗ ਦੀ ਦਵਾਈ ਖਾਣ ਦੀ। ਭਾਈਜਾਨ ਮੇਰੀ ਦਿਮਾਗ ਦੀ ਦਵਾਈ ਜਿਹੜੀ ਹੈ ਨਾ ਜੀ, ਉਹ ਐਡੀ ਮਸ਼ਹੂਰ ਆ, ਉਹ ਸਊਦੀਆ ਤੱਕ ਜਾਂਦੀ ਆ। ਉਹ ਭਾਈਜਾਨ ਮੇਰੇ ਇੰਟਰਨੈਸ਼ਨਲ ਮਰੀਜ਼ ਆ। ਕਿੱਧਰ ਦੇ? ਸਊਦੀਆ ਦੇ ਵਿੱਚ ਮੇਰਾ ਯਾਰ ਹੈਗਾ। ਅੱਛਾ ਹਾਂਜੀ ਉਹਨੇ ਮੈਨੂੰ ਫੋਨ ਕੀਤਾ, ਕਿਹਾ ਹਕੀਮ ਸਾਹਿਬ ਦਵਾਈ ਚਾਹੀਦੀ ਦਿਮਾਗੀ। ਹੈ? ਹਾਂਜੀ ਚਾਂਦ ਚੱਠਾ ਸਾਹਿਬ ਦਾ ਮੈਨੂੰ ਫੋਨ ਆਇਆ। ਕਿਹਦਾ? ਚਾਂਦ ਚੱਠਾ ਸਾਹਿਬ। ਅੱਛਾ ਹਾਂਜੀ ਉਹਨਾਂ ਨੇ ਮੈਨੂੰ ਫੋਨ ਕੀਤਾ, ਇਹ ਦਵਾਈ ਮੈਂ ਭੇਜੀ ਚਾਂਦ ਚੱਠਾ ਸਾਹਿਬ ਨੂੰ। ਹੈ? ਚਾਂਦ ਚੱਠਾ ਸਾਹਿਬ ਨੂੰ। ਅੱਛਾ ਆਹ ਦਵਾਈ ਮੈਂ ਭੇਜੀ ਹੈ, ਇਹ ਇੱਕ ਵਾਰੀ ਉਹਨਾਂ ਨੇ ਖਾਧੀ ਹੈ, ਬੰਦ। ਕੀ ਹਰ ਸ਼ੈ ਬੰਦ। ਮਤਲਬ ਕਿ ਜਿਹੜੇ ਉਹ ਖਿਆਲਾਤ ਆਉਂਦੇ ਸਨ, ਬੁਰੇ ਖਿਆਲਾਤ, ਬੰਦ। ਠੀਕ ਹੈ ਨਾ। ਫਿਰ ਜ਼ਾਰੀ ਗੱਲ ਇਕੱਲਿਆਂ ਰਹਿ ਕੇ ਫਿਰ ਉਹ ਕਾਰੀਗਰ ਬੜੇ ਅੱਛੇ ਹੋ ਗਏ ਸਨ ਹੱਥ ਦੇ। ਹਾਂਜੀ ਉਹ ਕੰਮ ਕਰਦੇ ਸਨ ਨਾ। ਅੱਛਾ। ਤੇ ਕਹਿੰਦੇ ਯਾਰ ਮੈਨੂੰ ਐਸੀ ਦਵਾਈ ਦਿਓ ਕਿ ਮੈਨੂੰ ਹੱਥ ਨਾਲ ਨਾ ਕੁਝ ਕਰਨਾ ਪਵੇ। ਹੁਣ ਵੇਖ ਲਓ ਇਹ ਦਵਾਈ ਦਾ ਅਸਰ ਆ। ਹੁਣ ਬੱਸਾਂ ਪਈਆਂ ਆਪਣੀਆਂ ਉਹਨਾਂ ਨੇ ਇਸ ਦਵਾਈ ਦਾ ਨਾਂ ਕੀ ਜੇ? ਇਹ ਮੂਚਾਂ। ਹੈ? ਮੂਚਾਂ। ਮੂਰਚਨ ਭਾਈਜਾਨ ਇਹ ਢਾੜੀ ਬੰਦਾ ਸਮਝੇਗਾ ਮੂਚਾਂ। ਅੱਛਾ ਇਹ ਦਵਾਈ ਖਾਣ ਦੇ ਬਾਅਦ ਉਹਨਾਂ ਦਾ ਕਾਰੋਬਾਰ ਬਿਹਤਰ ਹੋ ਗਿਆ? ਬਹੁਤ ਆਲਾ ਹੋਇਆ। ਦਿਮਾਗੀ ਤਵਾਜ਼ੁਨ ਠੀਕ ਹੋਇਆ ਕਿ ਨਹੀਂ ਹੋਇਆ? ਉਹਨਾਂ ਨਹੀਂ ਮੈਨੂੰ ਪਤਾ। ਅੱਛਾ ਹਾਂਜੀ ਉਹ ਬਸ ਐਂ ਜੀ ਮੈਨੂੰ ਕੋਈ ਵਕਤਨ ਫਵਕਤਨ ਜਿਹੜਾ ਨਾ ਕੋਈ ਪਿਆਰ ਦੇ ਅਲਫਾਜ਼ ਭੇਜਦੇ ਰਹਿੰਦੇ ਨੇ। ਮਸਲਨ ਉਹ ਕੋਈ ਪਤਾ ਨਹੀਂ ਇੱਕ ਅਲਫਾਜ਼ ਹੈਗਾ ਵੇ FUCK ਦੇ ਨਾਲ, ਉਹ ਮੈਨੂੰ ਭੇਜਦਾ ਰਹਿੰਦਾ ਤੇ ਅੱਗੇ ਯੂ ਮੈਂ ਅੱਗੋਂ ਫਿਰ ਕਹਿ ਦੇਣਾ ਆਈ ਲਵ ਯੂ ਟੂ। ਪਿਆਰ ਹੈ ਨਾ ਜੀ ਲੋਕਾਂ ਦਾ। ਹਕੀਮ ਸਾਹਿਬ ਉਹ ਤੁਹਾਨੂੰ ਗਾਲਾਂ ਕੱਢ ਰਹੇ ਨੇ। ਇਸ ਲਫ਼ਜ਼ ਦਾ ਮਤਲਬ ਗਾਲ ਹੈਗੀ ਹੈ। ਗਾਲ ਕੱਢ ਰਹੇ ਮੈਨੂੰ? ਤੁਸੀਂ ਆਈ ਲਵ ਯੂ ਟੂ ਕਹੀ ਜਾ ਰਹੇ ਹੋ ਯਾਰ। ਉਹ ਤਾਂ ਪਿਛਲੇ 3 ਸਾਲ ਤੋਂ ਮੈਨੂੰ ਉਹੀ ਲਫ਼ਜ਼ ਭੇਜਦਾ। ਇਹ ਹੁਣ ਛੋਟੀ ਤੋਂ ਹੀ ਭੇਜਿਆ ਤੇ ਮੈਂ ਕਿਹਾ ਪਤਾ ਨਹੀਂ ਵਿਸ਼ ਕੀਤਾ ਉਹਨੇ ਮੈਨੂੰ। ਤੁਸੀਂ ਅੱਗੋਂ ਈਦ ਮੁਬਾਰਕ ਕਹਿ? ਹਾਂਜੀ ਮੈਂ ਕਿਹਾ ਜੀ ਵਿਸ਼ ਯੂ ਆਲ ਦਾ ਬੈਸਟ, ਥੈਂਕ ਯੂ ਸੋ ਮਚ। ਹਕੀਮ ਸਾਹਿਬ ਛੱਡ। ਅੱਛਾ ਹਕੀਮ ਸਾਹਿਬ ਛੋੜੋ, ਤੁਸੀਂ ਮੈਨੂੰ ਇਹ ਦੱਸੋ ਕਿ ਬੱਚੇ ਦੀ ਪੈਦਾਇਸ਼ ਵਾਸਤੇ ਹਾਂਜੀ ਜਿਹੜੀ ਤੁਸੀਂ ਦਵਾਈ ਕੱਢੀ ਹੈ ਉਹ ਕਿਹੜੀ ਜੇ? ਇਹ ਬੁੜੀ ਜੇ ਖਾਓ ਫਾਇਦਾ ਹੋਏਗਾ। ਨਹੀਂ ਅਲਹਮਦੁਲਿਲਾ ਮੈਨੂੰ ਕਰਮ ਅੱਲਾ ਦਾ। ਤੁਸੀਂ ਦੱਸੋ ਅੱਗੇ। ਮਰੀਜ਼ ਕਿਸੇ ਨੂੰ ਖਵਾਈ ਹੈ? ਬੜੇ ਫਾਕਾ ਹੋਇਆ। ਇੱਕ ਮਰੀਜ਼ ਮੇਰੇ ਕੋਲ ਆਇਆ ਭਾਈ ਜਿਹੜਾ ਅੱਜ ਸਵੇਰੇ ਮੇਰੇ ਕੋਲ ਹੋ ਗਿਆ। ਅੱਛਾ ਹਾਂਜੀ ਮੇਰਾ ਯਾਰ ਹੈ ਵੈਸ ਮੁਗਲ। ਅੱਛਾ ਆਇਆ ਮੇਰੇ ਕੋਲ ਕਹਿੰਦਾ ਭਾਈ ਜਾਨ ਦਵਾਈ ਚਾਹੀਦੀ। ਮੈਂ ਕਿਹਾ ਕਾਦੀ? ਉਹਨੇ ਕਿਹਾ ਜੀ ਆਂਦੀ। ਮੈਂ ਕਿਹਾ ਜੀ ਸੋਹਣਿਆ ਅੱਲਾ ਇੱਕ ਪੁੜੀ ਖਿਦਮਤ ਖਲਕ ਕਰੀਦੀ ਹੈ ਸ਼ਾਹ ਸਾਹਿਬ। ਬਿਲਕੁਲ ਠੀਕ। ਦੁਨੀਆ ਨਾਲ ਪਿਆਰ ਕਰੀਦਾ। ਇਹ ਦਵਾਈਆਂ ਦਾ ਕੀ ਹੈ? ਅੱਜ ਹੈ ਨੇ ਤੇ ਕੱਲ ਨਹੀਂ। ਮੈਂ ਕਿਹਾ ਪੂੜੀ ਖਾ ਤੈਨੂੰ ਸ਼ਿਫਾ ਮਿਲੇਗੀ। ਅੱਛਾ ਉਹੀ ਗੱਲ ਹੋਈ। ਕਹਿੰਦਾ ਖਾਣੀ ਕਿਵੇਂ? ਮੈਂ ਕਿਹਾ ਹੌਸਲੇ ਨਾਲ। ਹੈ ਹੌਸਲੇ ਨਾਲ ਦਵਾਈ ਇਹ ਪੂੜੀ ਹੌਸਲੇ ਨਾਲ ਖਾਣੀ ਹੈ? ਹਾਂਜੀ ਲੇਕਿਨ ਸ਼ਰਤ ਇੱਕ ਸੀ ਮੇਰੀ। ਕੀ? ਪੂੜੀ ਖੋਲਣੀ ਨਹੀਂ, ਕਾਗਜ਼ ਸਮੇਤ ਖਾਣੀ ਐਨਜੀ, ਰਬੜ ਸਮੇਤ, ਕਾਗਜ਼ ਸਮੇਤ ਐਨਜੀ। ਤੇ ਕਿੰਨੀਆਂ ਖਾਣੀ ਭਾਈਜਾਨ? ਇੱਕ ਹੀ ਖਾਓਗੇ ਤਾਂ ਫਰਕ ਪੈ ਜਾਣਾ। ਅੱਛਾ ਬੱਚਾ 7 ਰਪਟੀ ਨਾਲ ਪੈਦਾ ਹੋਇਆ ਤਾਂ ਫਿਰ ਕਹਿਣਾ 7 ਰਪਟੀ ਬੱਚਾ? ਸਰ 60 ਨਹੀਂ ਲੱਗੇਗੀ ਉਹਨੂੰ ਕਦੀ। ਜਿੱਥੇ ਵੱਜੇਗਾ ਐਨ ਠੰਬਾ ਖਾ ਕੇ ਵਾਪਸ ਆਏਗਾ। ਇਹ ਰਬੜ ਨਾ ਉੱਤੇ ਹੈ ਭਾਈ ਨਾ ਵੇਖੋ। ਹਕੀਮ ਸਾਹਿਬ ਮੈਨੂੰ ਸਿਰਫ ਇਸ ਗੱਲ ਦਾ ਜਵਾਬ ਦਿਓ,
ਕੋਈ ਅਸਲ ਕੋਈ ਤੁਹਾਡੇ ਕੋਲ ਦਵਾ ਹੈ ਜਾਂ ਤੁਸੀਂ ਆਪ ਵੀ ਦਵਾਵਾਂ ਤੇ ਹੀ ਹੋ? ਕਿਉਂ ਨਹੀਂ ਦਵਾ ਲੋ ਜੀ, ਜਿਹੜਾ ਮਰੀਜ਼ ਆਉਂਦਾ ਦਵਾਈ ਲੈਂਦਾ ਉਸ ਬਾਅਦ ਮੈਨੂੰ ਕਹਿ ਰਿਹਾ ਲੱਪੇ ਆਤੀ ਹੈ ਦਵਾ ਬਣ ਕੇ ਤਮੰਨਾ ਮੇਰੀ। ਹਕੀਮ ਸਾਹਿਬ ਮੈਨੂੰ ਸੀਰੀਅਸ ਜਵਾਬ ਦਿਓ, ਮੈਂ ਬਹੁਤ ਸੀਰੀਅਸ ਹੈਗਾ। ਉਹਦੇ ਸਿਰ ਫਿਰ ਤੁਹਾਨੂੰ ICU 'ਚ ਦਾਖਲ ਹੋਣਾ ਪੈਣਾ ਹੈਂ? ਸੀਰੀਅਸ ਬੰਦਾ ਉੱਥੇ ਦਾਖਲ ਹੁੰਦਾ ਜੀ। ਅੱਲਾ ਸ਼ਿਫਾ ਦੇਗਾ, ਤੁਸੀਂ ਸਹੀ ਸਲਾਮਤ ਬੈਠੇ ਹੋ, ਤੁਹਾਨੂੰ ਕੁਝ ਵੀ ਨਹੀਂ ਹੁੰਦਾ। ਹਕੀਮ ਆ ਗਿਆ ਨਾ, ਕਾਹਦੀ ਘਬਰਾਹਟ ਤੁਹਾਨੂੰ? ਹਕੀਮ ਸਾਹਿਬ ਮੇਰਾ ਕਹਿਣ ਦਾ ਮਤਲਬ ਹੈ ਕਿ ਜਵਾਬ ਆਪਣੇ ਜਿਹੜੇ ਨੇ ਉਹ ਸਹੀ ਸੀਰੀਅਸ ਜਵਾਬ ਦਿਓ। ਤੁਸੀਂ ਮੈਨੂੰ ਨਾ ਇੰਜ ਹਕੀਮ ਨਹੀਂ ਸਮਝਣਾ। ਇਹ ਹੱਥ ਅੱਗੇ ਕਰੋ। ਕੀ ਕਰਨ ਲੱਗੇ ਪਹਿਲਾਂ ਮੈਨੂੰ ਹੱਥ ਅੱਗੇ ਕਰੋ। ਇੱਥੇ ਸੋਰੀ ਮੈਂ ਤੇਰਾ ਇਲਾਜ ਜ਼ੁੰਬਾ ਕੜਾਈ ਖਾ ਕੇ ਆਇਆ, ਤੁਹਾਨੂੰ ਥੋੜੀ ਮਦਦ। ਇੱਥੇ ਉਂਗਲੀ ਲਾਣੀ, ਆ ਕਰੋ, ਆ ਇੰਜ ਕਰੋ। ਆ ਤੇ ਗਿਆ ਭਾਈ, ਤੁਸੀਂ ਬੁਲਾਇਆ, ਮੈਂ ਆ ਨਹੀਂ ਗਿਆ। ਹਕੀਮ ਸਾਹਿਬ ਕੀ ਚੈੱਕ ਕਰ ਰਹੇ ਹੋ ਤੁਸੀਂ? ਮੇਰਾ ਗਲਾ ਚੈੱਕ ਕਰਦੇ ਪਏ? ਲੋ ਜੀ ਮੈਂ ਹਿਸਾਬ ਲਾ ਲਿਆ। ਕੀ? ਇਹਨੂੰ ਉੱਤਰ ਮੂੰਹ ਕਰੋ, ਉੱਤਰ ਮੂੰਹ ਕਰੋ। ਆ ਇੱਧਰ ਕਰੋ, ਹੁਣ ਕਰੋ ਊ, ਓ, ਹੁਣ ਇੱਧਰ ਕਰੋ, ਹੁਣ ਕਰੋ ਈ, ਹੁਣ ਕਰੋ ਈ। ਹਕੀਮ ਸਾਹਿਬ ਤੁਹਾਨੂੰ ਦਵਾਈ ਦਾ ਨਾਮ ਆ ਜਾਏਗਾ ਨਾ। ਹਕੀਮ ਸਾਹਿਬ ਮੇਰੀ ਮਾਫੀ, ਮੇਰੀ ਮਾਫੀ। ਇੱਧਰ ਦੁਬਾਰਾ ਹੱਥ ਕਰੋ ਭਾਜੀ, ਜੁੜੋ। ਹਕੀਮ ਸਾਹਿਬ ਚੁੱਭ ਰਹੀ ਹੈ ਰੰਗੀ ਜੋ ਇਹ ਜੇ ਕਮਜ਼ੋਰੀ, ਤੁਹਾਨੂੰ ਕਮਜ਼ੋਰੀ ਜੇ। ਨੋਕ ਚੁੱਭਣ ਦਾ ਮੈਨੂੰ ਤਾਂ ਕਮਜ਼ੋਰੀ ਦਾ ਪਤਾ ਲੱਗ ਗਿਆ। ਆ ਉਹਦੀ ਵਜ੍ਹਾ ਨਾਲ ਤੁਹਾਨੂੰ ਕਮਜ਼ੋਰੀ ਦਾ ਪਤਾ ਲੱਗ ਗਿਆ। ਭਾਵੇਂ ਆ ਉਹ ਇਹਨਾਂ ਆਵਾਜ਼ਾਂ ਤੋਂ ਪਤਾ ਲੱਗਦਾ ਕਮਜ਼ੋਰੀ ਦਾ, ਤੇ ਇਹਨਾਂ ਆਵਾਜ਼ਾਂ ਤੋਂ ਪਤਾ ਲੱਗਦਾ ਕਿ ਬੰਦਾ। ਸਰ ਦੇਖੋ, ਅਗਰ ਕਮਜ਼ੋਰੀ ਹੋਏਗੀ ਤਾਂ ਤੁਹਾਡੇ ਕੋਲ ਆਊ ਦੀ ਆਵਾਜ਼ ਇਸ ਤਰ੍ਹਾਂ ਨਿਕਲੇਗੀ ਨਹੀਂ। ਹਕੀਮ ਸਾਹਿਬ ਜੀ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ। ਸਿਰਫ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਇਹ ਸਾਰੀ ਬਿਮਾਰੀਆਂ ਜਿਹੜੀਆਂ ਤੁਹਾਨੂੰ ਮੈਂ ਪੁੱਛੀਆਂ, वाकई कोई खास दवाई है तेरे को? एक तो आजकल हर जगह के ऊपर जो हकीम जाली बैठे हाँ हैं, जी, बिल्कुल, वहां पर सिर्फ एक ही चीज का इलाज है, वो है मर्दाना कमजोरी। हाँ जी, और एक तो मेरे सामने भी बैठा की गल है, मतलब मेरी इस स्टूडियो के सामने भी हकीम बैठा हुआ है। सामने वाला हकीम? जी जी जी। और मैं आंदे वेख लिया सी भाजी, ए 2 नंबर हकीम है। हाँ जी, उन्हें भी तुहानू देख के ही किया। अच्छा मेरा सवाल है लिवर स्टोन के बारे च की ख्याल है तुहाडा? गुड क्वेश्चन। ए पूरे पाकिस्तान च मसला है, जिथे जिथे रिवर है ना उनदे विच स्टोन बड़ा है। हकीम साहब रिवर लोग अक्सर छाल मारदे नहाण वास्ते, रिवर जो सट लगदी की जे थले स्टोन है। हकीम साहब ए मैं हुकूमत नूं दसना चाह रहा वा कि जिन्ने साडे पाकिस्तान दे रिवर ने सब नूं थल्लों पक्का कीता जावे, स्टोन हटाए जाण। हकीम साहब मैं लिवर स्टोन दी गल करना पे, ते मैं भी गल कर रहा ना कि वो स्टोन देखो वो रिवर दे विचों कढ के सड़कां च पाण, सड़क मजबूत होएगी, देर पा होएगी, उत्ते लुक पाण, रिवर होएगा। देखो रिवर दे स्टोन दे तुहानूं नुकसान है ही कोई नहीं, फायदा ही फायदा वा। पानी दे विच रह के वो इन्ना को मजबूत और इन्ना को बेहतरीन पत्थर हो जाता है कि तुसीं सड़कां च पाओ, इमारतां च पाओ, तुसीं कामयाब हो। हकीम साहब जी जिगर पत्थरी जिगर जानी तो तुसीं भी मेरे। ओ हकीम साहब मैं हाँ जी। कह रहा जिगर दी पत्थरी अच्छा। ओदा कोई इलाज है तुहाडे कोल? नहीं हुंदा नहीं। चलो शुक्र है। मेरी नहीं, मेरे कोल पत्थरी दा इलाज नहीं, मेरे कोल जिगर दा इलाज है। जिगर दा की इलाज है? कढ़ा दिओ। हकीम साहब कोई सीरियस इलाज है तुहाडे कोल कि नहीं? सीरियस ही ये किहड़ा सारे इलाज मैं कुत्ता जाना करना भाईजान, सीरियस इलाज करना मैं। ऐ तो तुहाडे नाल तेरा बैठा मैं इत्थे ईजी हो गया, नहीं तो मैं लोगों ने सीधा मुंह गल नहीं करता हैगा, टाइम नहीं होंदा मेरे को। हकीम साहब कानों के लिए भी कोई है इलाज आपके पास? हाँ जी, मुझे तो आपको... मेरे पास ऐसी दवाई है, कान फाड़ दवाई है। हैं? हाँ जी। क्या फाड़? कान कान फाड़ा जी। एक हकीम मेरे को आया सी मरीज, उन्हें कहा हकीम साहब तुसीं दवाई दी, उन्हें ना मेरा कान पाड़ गया। हैं? मैं क्या वो किस तरह? वो सारा असल च पूड़ी लैके ना तो उन्हें किधर कंन च मारी है, तो वो कंन दे जाके पर्दे च वजी तो कंन पाड़ गया। हुण दसो इहदे हकीम दा की कसूर? हकीम दा कोई कसूर तो फिर हकीम साहब तुसीं डोरे ते नहीं? गाल ना कड्डो भाई ना, डोरे गाल ना कड्डो हकीम साहब, ठीक है ना। मैं तुहानूं कह रहा गाल ना कड्डो, मैं इज्जत करना वा, इहदा मतलब ये नहीं तुसीं मैनूं। हकीम साहब डोरे डोरे आप डोरे तो नहीं है ये पूछ रहा हूँ। यार मना कर लो यार, ए मैनूं क्यों गालां देण डे आ? हकीम मैं साहब इज्जत करन डया वा, ओ मैनूं कह रहे डोरे डोरे। हकीम साहब मैं तुहाडी इज्जत करन डया वा, तुसीं मैनूं चाह पियाई, रोटी खवाई है, हुण मतलब है कि तुसीं मैनूं डोरे ते चढ़ोगे। हकीम साहब मैं कानों की बात करूं, कानों का मसला तो नहीं है आपको?
कान का मसला कुव्वत समात ठीक है आपकी? वो मेरी कुवत तानू अंदाजा ही नहीं है कुवत बड़ी है समात की। हाँ जी हाँ जी। हकीम साहब मुझे इस बात का जवाब दें कि आपने कोई खारिश के रिगार्डिंग भी कोई आपके पास दवाई है कि जो खारिश का इलाज कर सके? बिल्कुल है खारिश दवाई। तो आपने खुद क्यों नहीं इस्तेमाल की? ਤੁਸੀਂ ਕਿਹੜੀ ਖਾਰਿਸ਼ ਦੀ ਗੱਲ ਕਰ ਰਹੇ ਹੋ? हकीम साहब ਉਹ ਖਾਰਿਸ਼ ਜਿਹਦੇ ਚ ਬਦਮਾਸ਼ ਕਹਿੰਦੇ ਨੇ ਕਿ ਤੇਰੀ ਖਾਰਿਸ਼ ਅੱਜ ਖਤਮ ਕਰ ਦੇਣੀ। ਦੇਖੋ ਜੀ ਉਹ 2-3 ਵਾਰੀ ਮੇਰੇ ਨਾਲ ਹੋਇਆ ਵਾਕਿਆ। ਅੱਛਾ ਠੀਕ ਕੀ ਹੈ ਫਿਰ ਉਹਨਾਂ ਖਤਮ ਹਾਂ ਨਹੀਂ ਜੀ ਬਿਲਕੁਲ ਇਸ ਤਰ੍ਹਾਂ ਹੀ ਹਕੀਮ ਕਾਇਮ ਰਿਹਾ ਕਿਹਦੇ ਤੇ? ਆਪਣੀ ਮਾਫੀ ਤੇ। ਅੱਛਾ ਮਾਫੀ। ਮੈਂ ਕਿਹਾ ਮਾਫੀ ਮੈਂ ਮੰਗਣੀ ਆ ਜੋ ਕਰਨਾ ਕਰ ਲਓ। ਤੇ ਹਕੀਮ ਸਾਹਿਬ ਇਸ ਖਾਰਿਸ਼ ਨੂੰ ਦੂਰ ਕਰਦੇ ਤੁਹਾਡੇ ਜਿੱਥੇ ਜਿੱਥੇ ਵੀਜ਼ੇ ਲੱਗੇ ਨੇ ਸਾਰੀ ਜਗ੍ਹਾ ਤੇ ਦਰਦ ਵੀ ਹੋਈ ਹੋਏਗੀ। ਸਰ ਮੈਂ ਤੁਹਾਨੂੰ ਦੱਸਿਆ ਵੇ ਕਿ ਕੀ ਮਤਲਬ ਹੈ ਤੁਹਾਡਾ ਭੈਣ? ਮਤਲਬ ਨਹੀਂ ਮਤਲਬ ਤੁਹਾਡਾ ਕੀ ਤੁਹਾਨੂੰ ਕੀ ਲੱਗਦਾ ਕਿ ਹੁਣ ਹਕੀਮ ਹਰ ਪਾਸੋਂ ਵੀਜ਼ਾ ਲਵਾਏਗਾ? ਨਹੀਂ ਜਿਹੜੇ ਲੱਗੇ ਨੇ ਉਹਨਾਂ 'ਚ ਵੀ ਤੁਸੀਂ ਆਂਦੇ ਦਰਦ ਹੁੰਦੀ ਹੈ ਕਦੀ ਕਦਾਰ। ਸਰ ਉਹ ਇੱਕ ਵਾਰੀ ਹੁੰਦੀ ਸੀ ਨਾ ਬਸ। ਹੁਣ ਠੀਕ ਹੈ ਬਚਪਨ ਦੀਆਂ ਗੱਲਾਂ ਹੁਣ ਤੁਸੀਂ ਹੋਏ ਤੋਂ ਉਦੋਂ ਦੀ ਗੱਲ ਸੀ ਜੋ ਤਾਲੀਮ ਹਾਸਲ ਕਰੀ ਸੀ। बिल्कुल ठीक बिल्कुल ठीक। हकीम साहब कभी आपने क्योंकि आजकल सोशल मीडिया का दौर है मार्केटिंग की अपनी हिकमत की अपने दवा खाने की? ਮਾਰਕੀਟਿੰਗ ਇਹ ਤੁਸੀਂ ਜਦ ਜਾਂਦੇ ਹੋ ਦੀਵਾਰਾਂ ਦੇ ਉੱਤੇ ਵੇਖਦੇ ਹੋ हर जगह पे लिखा है कि मर्दाना कमजोरी का इलाज सिगा राज के साथ किया जाता है। सिगा राज की है हकीम साहब? ਭੈਣ ਇਹ ਅਸੀਂ ਕਿਸੇ ਦਾ ਰਾਜ਼ ਕਿਸੇ ਨੂੰ ਦੱਸਦੇ ਨਹੀਂ ਹੁੰਦੇ। ਠੀਕ ਹੈ ਨਾ। ਅੱਛਾ ਹੁਣ ਮੇਰਾ ਯਾਰ ਹੈ ਠੀਕ ਹੈ ਹੁਣ ਉਹਨੂੰ ਮਰਦਾਨਾ ਕਮਜ਼ੋਰੀ ਹੈ ਮੈਂ ਕਦੀ ਉਹਦਾ ਨਾਮ ਲਿਆ ਕੇ ਉਹਦਾ ਨਾਮ ਅਮਜਦ ਅਬਾਸੀ। ਅੱਛਾ ਮੈਂ ਕਦੀ ਨਹੀਂ ਦੱਸਿਆ। ਹੋਰ ਕੋਈ? ਠੀਕ ਹੈ ਨਾ ਮੈਂ ਕਦੀ ਨਹੀਂ ਦੱਸਿਆ ਮੇਰਾ ਯਾਰ ਅਮਰ ਮਾਹੂ ਨੂੰ ਮਸਲਾ। ਮੇਰੇ ਜਿਹੜੇ ਯਾਰ ਨੇ ਜੀ ਮੈਂ ਕਦੀ ਕਿਸੇ ਦਾ ਰਾਜ਼ ਨਹੀਂ ਦੱਸਿਆ। ਮੈਂ ਬੜਾ ਰਾਜ਼ਦਾਰ ਬੰਦਾ। ਅੱਛਾ ਕਈ ਪੋਡਕਾਸਟਰ ਨੇ ਪਾਏ ਜਿਨ੍ਹਾਂ ਨੇ ਦਵਾਈ ਦੇ ਚੱਕਰਾਂ 'ਚ ਮੈਨੂੰ ਆਪਣੇ ਕੋਲ ਪੋਡਕਾਸਟਿੰਗ ਤੇ ਬੁਲਾਇਆ। ਅੱਛਾ ਮੈਂ ਨਾਮ ਲਿਆ ਕਦੀ ਕਿਸੇ ਦਾ? ਹਕੀਮ ਸਾਹਿਬ ਬਸ ਸਵਾਲ ਨੂੰ ਇੱਥੇ ਛੱਡ ਦਿਓ ਜੀ। ਜਿਹੜੇ ਦੀਵਾਰਾਂ ਦੇ ਉੱਤੇ ਤੁਸੀਂ ਕਹਿੰਦੇ ਹੋ ਹਾਂਜੀ ਕਿ ਅਸੀਂ ਮਾਰਕੀਟਿੰਗ ਕਰਦੇ ਹਾਂ ਹਾਂਜੀ ਉਹਦਾ ਕੀ ਕਿਸ ਤਰੀਕੇ ਨਾਲ ਕਰਦੇ ਹੋ? ਸਰ ਦੇਖੋ ਤੁਸੀਂ ਇਹ ਵੇਖ ਲਵੋ ਯਾਸਰ ਹੁਸੈਨ ਸਾਹਿਬ ਅੱਛਾ ਕਿੱਡੇ ਵੱਡੇ ਆਰਟਿਸਟ ਨੇ ਕਰਾਚੀ ਦੇ ਮਸ਼ਹੂਰ ਮਾਸ਼ਾਅੱਲਾ। ਹਾਂਜੀ ਉਹਨਾਂ ਨੇ ਆਪਣੀ ਫਿਲਮ ਦੇ ਵਿੱਚ ਮੇਰੇ ਇਸ਼ਤਿਹਾਰ ਦਾ ਜ਼ਿਕਰ ਕੀਤਾ ਮਰਦਾਨਾ ਕਮਜ਼ੋਰੀ ਦਾ ਇਲਾਜ। ਠੀਕ ਹੈ ਨਾ ਉਹਨਾਂ ਦੀ ਤੁਸੀਂ ਫਿਲਮ ਚੁੱਕ ਕੇ ਵੇਖ ਲਵੋ। ਦੇਖੋ ਸ਼ਾਹ ਜੀ ਜਦੋਂ ਮੈਂ ਹਕੀਮ ਬਣਿਆ ਸੀ ਨਾ ਇੱਕੋ ਨੀਅਤ ਸੀ ਮੇਰੀ ਕਿ ਖਿਦਮਤ ਜਿੰਨੀ ਹੋ ਸਕੇ ਮੈਂ ਕਰਵਾ ਲਾਂ ਆਪਣੀ। ਹੈ ਹਕੀਮ ਸਾਹਿਬ ਲੋਕਾਂ ਦੀ ਖਿਦਮਤ ਕਰਨੀ ਆਪਣੀ ਨਹੀਂ ਕਰਵਾਉਣੀ। ਨਹੀਂ ਲੋਕ ਮੇਰੀ ਖਿਦਮਤ ਨਹੀਂ ਕਰਨਗੇ। ਉਹ ਤਾਂ ਜਦੋਂ ਤੁਸੀਂ ਉਹਨਾਂ ਦੀ ਕਰੋਗੇ ਫਿਰ ਬਾਅਦ 'ਚ ਉਹ ਕਰਨਗੇ ਨਾ। ਪਤਾ ਨਹੀਂ ਜੀ ਮੈਂ ਤੇ ਇਹੋ ਹੀ ਸੁਣਿਆ ਜਦੋਂ ਬੰਦਾ ਵੱਡਾ ਬੰਦਾ ਬਣ ਜਾਂਦਾ ਲੋਕਾਂ ਦੀ ਖਿਦਮਤ ਕਰਦੇ ਆ ਤੇ ਤੁਸੀਂ ਪਹਿਲੇ ਵੱਡੇ ਬਣਤੇ ਜਾਓ। ਹੁਣ ਇਸ ਤੋਂ ਕੀ ਵੱਡਾ ਬਣਾ 187 ਕਿਲੋ ਦਾ ਬਣ ਤੇ ਗਿਆ ਵਾ ਇਸ ਤੋਂ ਅੱਗੇ ਤੇ ਫਿਰ ਮੈਂ ਬਿਲਕੁਲ ਮੰਜੀ ਤੇ ਹੋ ਜਾਵਾਂਗਾ। ਹਕੀਮ ਸਾਹਿਬ ਇੱਕ ਬਹੁਤ ਵੱਡਾ ਮਸਲਾ ਹੈਗਾ ਆਪਣੇ ਪੈਨ ਉਹ ਛੋਟਾ ਨਹੀਂ ਕਰ ਸਕਦਾ ਮੈਂ। ਦੇਖੋ ਛੋਟੇ ਤੋਂ ਵੱਡਾ ਹੋ ਸਕਦਾ ਵੱਡੇ ਤੋਂ ਛੋਟਾ ਨਹੀਂ ਹੋ ਸਕਦਾ। ਹਕੀਮ ਸਾਹਿਬ ਮਸਲਾ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਤੁਹਾਡਾ ਮਸਲਾ ਵੱਡਾ ਨਹੀਂ ਤੇ ਛੋਟੇ ਛੋਟੇ ਮਸਲੇ ਲਈ ਮੇਰੇ ਕੋਲ ਆਏ ਹੁੰਦੇ ਨੇ ਕਿ ਭਾਜੀ ਸਾਡਾ ਮਸਲਾ ਛੋਟਾ। ਫਿਰ ਤੁਸੀਂ ਕਿਵੇਂ ਕਰਦੇ ਹੋ ਵੱਡਾ ਮਸਲਾ? ਮੇਰੇ ਕੋਲ ਦਵਾਈਆਂ ਨੇ ਨਾ ਇਹ ਤੁਹਾਨੂੰ ਦੱਸਿਆ ਤਾਂ ਹੈ ਸਾਰੀਆਂ ਦਵਾਈਆਂ ਪਈਆਂ ਮੇਰੀਆਂ। ਇਹ ਪੂੜੀ ਪਈ ਜੇ ਵੱਡਾ ਕੋਈ ਯਾਨੀ ਕਿ ਮਸਲਾ ਕੋਈ ਵੀ ਹੋਵੇ ਉਹ ਹੋ ਜਾਂਦਾ ਛੋਟਾ ਹੋਏ ਤੇ ਵੱਡਾ ਹੋ ਜਾਂਦਾ। ਹਾਂਜੀ ਵੱਡਾ ਮਸਲਾ ਕੱਟ ਕੇ ਛੋਟਾ ਹੁੰਦਾ ਜੀ। अच्छा मुश्किल कट के मुश्किल वक्त कट के छोटा होता है मसला। हकीम साहब आजकल टीवी के ऊपर आपका बहुत इश्तिहार आ रहा है हैंड प्रैक्टिस के ऊपर कि उसके जो है इलाज भी आप बता रहे हैं। अच्छी चीज़ है। हाँ जी हाँ। हकीम साहब मैदे के लिए आपने कोई काम किया क्योंकि 100 में से 90% बीमारियां जो है वो हिकमत की सूरत के अंदर भी देखा है हमने कि मैदे की वजह से होती हैं। तो मैदे के लिए आपने कोई इलाज निकाला है अभी तक की थले की? ਤੁਹਾਨੂੰ ਨਹੀਂ ਪਤਾ ਥੱਲੇ ਕੀ ਮੈਦੇ ਦੀ ਦਵਾਈ ਪਾਣਾ ਐ ਜੇ ਚੂੜਾ ਮੈਦਾ है ਚੂੜਾ ਮੈਦਾ चूड़ा मैदा और चूरन मैदा मैदे का चूरन है ये ਸਾਰੇ ਕਿੰਦੀ ਹੈ ਦਵਾਈ ਤੁਹਾਡੀ ਹੈ ਕਿੰਨੇ ਬਣਾਈ ਤੁਸੀਂ ਪੈਕ ਕਿੰਨੇ ਕੀਤੀ ਤੁਸੀਂ ਫਿਰ ਤੁਸੀਂ ਕੌਣ ਹੁੰਦੇ ਦਵਾਈ ਦਾ ਨਾਮ ਖਰਾਬ ਕਰਨ ਵਾਲੇ ਤੁਹਾਡੇ ਕੋਲ ਤਾਂ ਹਾਲੇ ਤੱਕ ਹੀ ਨਹੀਂ ਬੋਲਿਆ ਗਿਆ ਤਾਂ ਤੁਸੀਂ ਹੁਣ ਚੂਰਨ ਬੋਲੋਗੇ। मैं माजरत चाहता हूँ हकीम साहब। ਜਿਸ ਤਰ੍ਹਾਂ ਕਿ ਮੈਨੂੰ ਤੁਸੀਂ ਦੱਸੋ ਨੈਸ਼ਨਲ ਮੈਂ ਤਲੀਮ ਦਾ ਲੈਣਾ ਨੈਸ਼ਨਲ ਦਾ ਟੀ ਆਂਦਾ
ਆਂਦਾ ਟੀ ਕਿ ਨਹੀਂ ਆਂਦਾ? ਆਂਦਾ ਹੈ। ਤੇ ਟੀ ਦਾ ਨੈਸ਼ਨਲ ਕਿਉਂ ਨਹੀਂ ਬੋਲਦੇ? ਜਵਾਬ ਦਿਓ। ਜੇਕਰ ਅੰਗਰੇਜ਼ੀ ਚ ਵਰਡ ਸਾਇਲੈਂਸ ਹੋ ਸਕਦੇ ਨੇ ਤੇ ਇਹਦੇ ਵਿੱਚ ਕਿਉਂ ਨਹੀਂ ਹੈ? ਇਹ ਚੂੜਾ ਕੀ ਆ? ਚੂੜ ਮੇਦਾ। ਚੂੜ ਮੇਦਾ। ਇਹ ਹਕੀਮ ਸਾਹਿਬ ਕਿਹਦੇ ਕੋਲੋਂ ਬਣਵਾਈ ਹੈ ਤੁਸੀਂ ਜਾਂ ਆਪ ਬਣਾਈ ਹੈ? ਇਹ ਸਰ ਆਪ ਬਣਾਈ ਹੈ ਰਾਤਾਂ ਨੂੰ ਉੱਠ ਕੇ। ਰਾਤਾਂ ਨੂੰ ਉੱਠ ਕੇ? ਹਾਂਜੀ। ਕਿਉਂ ਦਿਨੇ ਤੁਹਾਨੂੰ ਕੋਈ ਕੰਮ ਨਹੀਂ ਕਰਨ ਦਿੰਦਾ? ਦਿਨੇ ਮੈਨੂੰ ਲੋਕੀ ਵੇਖ ਲੈਂਦੇ ਸਨ ਬਣਾਉਂਦੇ। ਹਾਂਜੀ। ਰਾਜ਼ ਇਹ ਭਾਈਜਾਨ ਬੜੀ ਖਾਸ ਦਵਾਈ। ਵਜ੍ਹਾ? ਰਾਤਾਂ ਨੂੰ ਉੱਠ ਬਣਾਈ, ਤੁਹਾਨੂੰ ਦੱਸਣ ਰਿਹਾ। ਦਿਨੇ ਕਿਉਂ ਨਹੀਂ ਬਣਾਈ? ਇਹ ਲਾਣਾ ਨਾ, ਇੱਕ ਮੇਰਾ ਦੋਸਤ ਹੈ ਹਕੀਮ ਅਬੂ ਜ਼ਰ, ਉਹਨੇ ਇਹ ਦਵਾਈ ਬਣਾਈ ਸੀ ਤੇ ਉਹਦੀ ਮੈਂ ਕਾਪੀ ਕੀਤੀ। ਉਹਨੇ ਦਵਾਈ ਬਹੁਤ ਅੱਛੀ ਬਣਾਈ। ਉਹਨੇ ਆਪਣੇ ਨਾਂ ਦੇ ਉੱਤੇ ਇਹ ਦਵਾਈ ਰੱਖੀ, ਚੂੜ ਮੇਦਾ। ਚੂੜ ਮੇਦਾ। ਤੇ ਖਾਣੀ ਕਿਵੇਂ ਹਕੀਮ ਸਾਹਿਬ? ਇੰਝ ਕਰਕੇ। ਨੇ ਕਿਵੇਂ ਖਾਈ ਜਾਂਦੀ ਹੈ ਦਵਾਈ? ਕਿਵੇਂ ਖਾਈ ਜਾਏ? ਤੇ ਦਵਾਈ ਨਹੀਂ ਖਾਦੀ ਤੁਸੀਂ? मतलब कितने चम्मच? कैसे तुसी बेहुदा सवाल करते हो कि किवें खानी दवाई? हकीम साहब मैं माजरत चाहता हूँ, मुझे हकीम साहब इस बात का जवाब दे दें कि ये तरीक़ेकार क्या है खाने का? तरीक़ाकार इन्दा है जी कि सौण तो बाद ते उठण तो पहला। सौण तो बाद हैं? हाँ जी। सौण तो बाद हकीम साहब किवें किवें मतलब किस तरीके? यार किवें की मतलब कि उस ट्राली करा, ट्राली च पा के मेरे मुंह च पा दे। अल्लाह दे बंदिया ਇਹ ਤੁਹਾਨੂੰ ਦੱਸਿਆ ਨਾ ਕਿ ਇਹ ਦਵਾਈ ਕਿਉਂਕਿ ਤੁਸੀਂ ਸਾਰਾ ਦਿਨ ਖਾਂਦੇ ਰਹਿੰਦੇ ਹੋ, ਮਿਹਦੇ ਤੇ ਆਰਾਮ ਮਿਲਦਾ ਹੀ ਨਹੀਂ। ਮਿਹਦੇ ਨੂੰ ਆਰਾਮ ਕਦੋਂ ਮਿਲਦਾ? ਜਦੋਂ ਤੁਸੀਂ ਸੋ ਰਹੇ ਹੁੰਦੇ ਹੋ। ਸੋ ਰਹੇ ਹੁੰਦੇ ਹੋ। ਵੇਖਿਆ ਗੁੱਡ ਹਲਕਾ ਹਲਕਾ ਹਕੀਮ ਹੋ ਗਿਆ ਭਾਈਆ। ਇਹ ਜਿਹੜੀ ਦਵਾਈ ਹੈ ਨਾ, ਇਹ ਸੌਣ ਤੋਂ ਬਾਅਦ ਉੱਠਣ ਤੋਂ ਪਹਿਲਾਂ ਖਾਣੀ ਹੈ। ਜਦੋਂ ਮਿਹਦਾ ਆਰਾਮ ਕਰ ਰਿਹਾ ਹੋਵੇ, ਮਿਹਦਾ ਹੋਰ ਕੋਈ ਕੰਮ ਨਾ ਕਰ ਰਿਹਾ ਹੋਵੇ, ਫਿਰ ਇਸ ਦਵਾਈ ਦੇ ਅੰਦਰ ਜਾ ਕੇ ਚੂੜ ਮਚੂੜ ਕਰਨਾ। ਇਹਦਾ ਇੱਕ ਹੋਰ ਫਾਇਦਾ, ਕੋਈ ਤੁਹਾਡੀ ਮਹਿੰਦੀ ਹੋਵੇ ਘਰ 'ਚ, ਬਰਾਤ ਹੋਵੇ, ਤੇ ਹਲਕਾ ਹਲਕਾ है कि नहीं, म्यूजिक वाली दवाई है। म्यूजिक वाली दवाई। वाह वाह वाह। अच्छा हकीम साहब ਇੰਨੀਆਂ ਬੜੀਆਂ ਪੁੜੀਆਂ ਰੱਖੀਆਂ ਹੋਈਆਂ ਤੁਸੀਂ ਅੱਗੇ, ਇਹ ਪੋਡਕਾਸਟ ਵਾਸਤੇ ਸਪੈਸ਼ਲ ਤੁਸੀਂ ਲੈ ਕੇ ਆਓ ਜਿਹੜੀ ਜਿਹੜੀ ਦਵਾਈ ਤੁਹਾਡੇ ਕੋਲ ਹੁੰਦੀ ਹੈ। ਬਿਲਕੁਲ। ਦੇਖਣ 'ਚ ਤਾਂ ਇੰਝ ਹੀ ਲੱਗ ਰਿਹਾ ਕਿਉਂਕਿ ਜਿਹੜੇ ਫਾਲ ਕੱਢਣ ਨੇ ਉਹਨਾਂ ਤੋਤਾ ਵੀ ਰੱਖਿਆ ਹੁੰਦਾ ਤੇ ਤੁਹਾਡੇ ਕੋਲ ਵੀ ਤੋਤਾ ਹੈ? ਮੇਰੇ ਕੋਲ ਛੋਟਾ ਹੈ ਤੋਤਾ। ਹਾਂਜੀ। ਤੁਹਾਡਾ ਛੋਟਾ ਹੈ ਤੋਤਾ? ਤੋਤਾ ਭਾਈ ਨਾ, ਤੋਤਾ। ਤੋਤਾ ਹਾਂ, ਮੈਂ ਨਾਲ ਲੈ ਕੇ ਆਇਆ। ਤੋਤਾ ਮੇਰੇ ਨਾਲ ਹੀ ਹੁੰਦਾ ਹਰ ਟਾਈਮ? ਮੈਂ ਵਾਵਾ ਹਕੀਮ ਸਾਹਿਬ ਪੋਡਕਾਸਟ ਸਾਰਾ ਵੇਖੋ। ਤੋਤਾ, ਇਹ ਤੋਤਾ ਭਾਈ ਜਾਨ। ਅੱਛਾ ਤੁਸੀਂ ਇਸ ਤੋਤੇ ਦੀ ਗੱਲ ਕਰਦੇ ਪਏ ਸੀ? ਤੁਸੀਂ ਕਿਹੜੇ ਦੀ ਗੱਲ ਕਰ ਰਹੇ ਹੋ? ਮੈਂ ਸਮਝਿਆ ਫਾਲ ਵਾਲਾ। ਉਹ ਭਾਈ ਜਾਨ ਉਹ ਡਾਊਨਫਾਲ ਵਾਲਾ ਹੁੰਦਾ। ਇਹ ਤੋਤਾ ਸਵੇਰੇ ਸੋਨੇ ਦਾ ਕਿੱਡਾ ਖੂਬਸੂਰਤ ਬਣਿਆ, ਗੋਲਡਨ ਹੈ ਡੈਕੋਰੇਸ਼ਨ ਪੀਸ। ਇਹ ਮੇਰਾ ਤੋਤਾ ਜ਼ਿੰਦਾ ਸੀ, ਇਹ ਫਿਰ ਹੋ ਗਿਆ ਰੱਬ ਨੂੰ ਪਿਆਰਾ। ਕਿਵੇਂ? ਉਮਰ ਪੂਰੀ ਹੋ ਗਈ? ਨਹੀਂ, ਮੇਰੇ ਥੱਲੇ ਆ ਗਿਆ ਹੈ। ਸਭ ਮੇਰੇ ਨਾਲ ਸੌਂਦਾ ਸੀ ਨਾ, ਤੇ ਮੈਂ ਪਾਸਾ ਲਿਆ ਤੇ ਮੇਰੇ ਥੱਲੇ ਆ ਗਿਆ। ਵਿਚਾਰੇ ਨੂੰ ਚੀਕ ਮਾਰਨ ਦਾ ਵੀ ਮੌਕਾ ਨਹੀਂ ਮਿਲਿਆ। ਇਹ ਆਵਾਜ਼ ਲਾਉਂਦਾ ਸੀ ਚੀ, ਮੈਨੂੰ ਖਾਬ ਚ ਲੱਗਦਾ ਸੀ ਮੈਂ ਦਵਾਈ ਦਾ ਨਾਮ ਲੈ ਰਿਹਾ ਜੀ। ਯਾਨੀ ਕਿ ਵਿਚਾਰਾ ਸਾਇਲੈਂਟ ਹੀ ਹੋ ਗਿਆ। ਹਾਂਜੀ। ਆ ਫਿਰ ਜਦੋਂ ਵਿਚਾਰਾ ਗਿਆ ਇੱਥੋਂ ਦੁਨੀਆ ਤੋਂ, ਫਿਰ ਉਹਦੀ ਯਾਦ ਵਿੱਚ ਮੈਂ ਬਣਾ ਦਿੱਤਾ ਮੂਮੈਂਟ। ਹਕੀਮ ਸਾਹਿਬ ਮੂਮੈਂਟ ਨਹੀਂ ਹੁੰਦਾ, ਮੋਨੂਮੈਂਟ ਹੁੰਦਾ। ਹਾਂ ਹੋਈ ਮੋਨੂਮੈਂਟ। ਤੇ ਲੇਕਿਨ ਮੇਰੇ ਤੋਂ ਨਾਰਾਜ਼ ਹੈ, ਹਮੇਸ਼ਾ ਮੇਰੇ ਤੋਂ ਮੂੰਹ ਉੱਧਰ ਕਰਕੇ ਰੱਖਦਾ। ਫਾਲ ਹੁਣ ਇਹੀ ਕੱਢਦਾ ਜਾਂ ਤੁਹਾਡਾ ਤੋਤਾ ਕੱਢਦਾ? ਨਹੀਂ ਜੀ ਨਹੀਂ, ਇਹ ਤੇ ਇਹਦੀ ਫਾਲ ਤੇ ਮੇਰੇ ਥੱਲੇ ਆਂਦੇ ਨਾਲ ਨਿਕਲ ਗਈ ਸੀ, ਹੁਣ ਫਾਲ ਮੈਨੂੰ ਆਪ ਕੱਢਦੀ ਪੈਂਦੀ। ਅੱਛਾ ਅੱਛਾ ਹਾਂਜੀ ਠੀਕ। ਹਕੀਮ ਸਾਹਿਬ ਜ਼ਿੰਦਗੀ ਦਾ ਨਿਚੋੜ ਜਿੰਨੀ ਤੁਸੀਂ ਜ਼ਿੰਦਗੀ ਗੁਜ਼ਾਰ ਲਈ ਹੈ ਤੇ ਜਿੰਨੀ ਤੁਸੀਂ ਗੁਜ਼ਾਰਨੀ ਹੈ ਮੁਕੰਮਲ ਤੇ ਆਫਰੀਨ ਹੈ। ਇਹਦੇ ਚ ਇਹ ਵਾਜ਼ੇ ਕਰੋ ਕਿ ਆਫਰੀਨ ਪਰੀ ਹੈ ਕਿ ਆਫਰੀਨ ਖਾਨ ਹੈ? ਦੋਵੇਂ, ਕਿਉਂਕਿ ਇਕੱਲੇ ਨਾਲ ਤੁਹਾਡਾ ਸਰਨਾ ਨਹੀਂ। ਹਕੀਮ ਸਾਹਿਬ ਇਹਦੇ ਚ ਇਲਾਜ ਜਿਹੜਾ ਤੁਸੀਂ ਸੋਚਿਆ ਉਹ ਕੀ ਸੋਚਿਆ? ਇਲਾਜ ਯਾਰ 100 ਬਿਮਾਰੀਆਂ ਦਾ ਇੱਕ ਇਲਾਜ ਬਿਹਤਰੀਨ ਔਰ ਮਜ਼ੇਦਾਰ, ਜ਼ਾਇਕੇਦਾਰ, ਖੁਸ਼ਬੂਦਾਰ ਤੇ ਤਾਜ਼ਾ। ਅੱਛਾ ਹਾਂਜੀ, ਮੈਂ ਆਪ ਉੱਥੋਂ ਇਲਾਜ ਕਰਾਉਣਾ। ਅੱਛਾ ਦੇਖੋ ਮੈਂ ਕਿੱਡਾ ਵੱਡਾ ਹਕੀਮ ਆ। ਸੋਚੋ ਕਿ ਹਕੀਮ ਆਜ਼ਾਦ ਕੰਧ ਪਾੜ ਕਿੱਥੋਂ ਇਲਾਜ ਕਰਾ ਰਿਹਾ? ਕਿੱਥੋਂ? ਇਲਿਆਸ ਦੁੰਬਾ ਕੜਾਈ ਜੋੜ ਟਾਊਨ ਤੋਂ। ਉਧਰ ਤੇ ਖਾਣੇ ਖਾ ਕੇ ਤੁਹਾਨੂੰ ਫਾਕਾ ਹੋ ਰਿਹਾ। ਜਦੋਂ 2 ਕਿਲੋ ਦੀਆਂ ਕੜਾਈਆਂ ਲੱਗਦੀਆਂ ਨਾ, 2 ਕਿਲੋ ਦੀਆਂ, ਓਏ ਹੋਏ 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 ਸੁਭਾਨ ਅੱਲਾ, ਮਜ਼ੇ ਆ ਜਾਂਦੇ ਨੇ ਭਾਈ ਨਾ। ਫਿਰ ਜਦੋਂ ਤੁਹਾਨੂੰ ਲਾ ਕੇ ਦਿੰਦੇ ਨਾ ਕਬਾਬ, ਹਾਂਜੀ ਵੱਡੇ ਕਬਾਬ ਭਾਈ ਜਾਨ, ਸੀਖ ਕਬਾਬ, ਹਾਂਜੀ, ਤੇ ਮੈਂ ਕਹਿੰਦਾ ਅਫਾਕੇ ਪੈਂਦੇ ਨੇ ਤੇ ਓਏ ਹੋਏ ਭਾਈ ਜਾਨ
ਐਡਾ ਐਡਾ ਚਪਲੀ ਕਬਾਬ ਹੈ, ਕਿੱਡਾ ਐਡਾ। ਤੁਸੀਂ ਕਿਤੇ ਜਾ ਕੇ ਵੇਖੋ ਤਾਂ ਤੁਹਾਨੂੰ ਚਪਲੀ ਕਬਾਬ ਦਾ ਲੱਗੇ ਪਤਾ। ਤੁਸੀਂ ਕਹਿੰਦੇ ਸਾਰੀ ਜ਼ਿੰਦਗੀ ਮੈਂ ਕਿੱਥੇ ਗੁਜ਼ਾਰੀ, ਚਪਲੀ ਕਬਾਬ ਤਾਂ ਹੁੰਦੇ ਨੇ ਐ। ਫਿਰ ਹੁੰਦੇ ਵੀ ਉੱਤੋਂ ਦੀ ਦੁੰਬੇ ਦੇ ਗੋਸ਼ਤ ਮਜ਼ੇਦਾਰ। ਐ ਮੈਂ ਹਜੇ ਰਾਤੀ ਖਾ ਕੇ ਆਇਆ। ਲਓ ਜੀ ਰਾਤੀ ਫਿਰ ਮੈਂ ਖਾਧਾ ਪੂਰਾ ਸੈੱਟ, ਟਕਾ ਟਕ ਗੁਰਦੇ ਵਿੱਚ, ਕਲੇਜੀ ਵਿੱਚ, ਦਿਲ ਪੂਰਾ ਨਾਲ ਲਾ ਕੇ ਜਨਾਬ ਜੀ ਮੈਨੂੰ ਟਕਾ ਟਕ ਬਣਾ ਕੇ ਦਿੱਤਾ। ਮੈਂ ਕਹਿੰਦਾ ਮੈਰ ਸਾਹਿਬ ਮਜ਼ੇ। ਹਾਏ 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 ਕਿਆ ਕਹਿਣਾ, ਟਰਾਈ ਕਰਿਆ ਜੇ ਕਦੇ ਕਦੀ, ਖਾਸ ਕਰਕੇ ਚਪਲੀ ਕਬਾਬ। अच्छा, क्या बात। हकीम साहब ਕੀ हैंग हो गए? ਨਹੀਂ ਮੇਰਾ ਮਤਲਬ ਕਿ ਸੁਭਾਨ ਅੱਲਾਹ ਮੇਰੇ ਸੇਨ ਚ ਕਬਾਬ ਆ ਗਏ ਸਨ ਜੀ ਜੀ। ਅੱਛਾ ਹਕੀਮ ਸਾਹਿਬ ਵਾਲਾਂ ਵਾਸਤੇ ਵੀ ਕਦੀ ਕੋਈ ਦਵਾਈ ਬਣਾਈ ਹੈ ਤੁਸੀਂ? ਇਹ ਦੇਖ ਰਹੇ ਹੋ, ਹਾਂਜੀ ਮਾਸ਼ਾਅੱਲਾ ਤੁਹਾਡੇ ਵਾਲ ਅੱਛੇ ਨੇ। ਤੁਹਾਨੂੰ ਜ਼ਰੂਰਤ ਹੈਗੀ ਦਵਾਈ, ਮੈਨੂੰ ਪਤਾ ਸੀ ਤੁਸੀਂ ਵਾਲਾਂ ਦੇ ਪਾਸੇ ਆਓਗੇ। ਇਹ ਲੋ, ਇਹ ਉਹ ਪੂੜੀ ਮੈਂ ਇੱਕ ਬੰਦੇ ਨੂੰ ਦਿੱਤੀ, ਉਹਦੇ ਇੰਜ ਵਾਲ ਲਮਕੇ। ਹੈਂ? ਹਾਂਜੀ ਲਮਕ ਕੇ ਮੇਰਾ ਮਤਲਬ ਭਾਈ ਜਾਨ ਵਾਲ ਹੁੰਦੇ ਨਾ, ਅਸਲ 'ਚ ਮੈਂ ਬਣਾਈ ਸੀ ਵਾਲ ਸਿਰ ਦੇ ਵਾਲਾਂ ਦੀ। ਅੱਛਾ ਹਾਂਜੀ ਐ ਨਹੀਂ ਆਪਣਾ ਇੰਟਰਨੈਸ਼ਨਲ, ਯਾਰ ਉਹ ਕੀ ਨਾਮ ਹੈ, ਚੌਧਰੀ ਜੋਨੀ ਆਪਣਾ ਹੀ ਸ਼ਾਗਿਰਦ ਆ, ਆਪਣਾ ਹੀ ਮਰੀਜ਼ ਆ, ਚੌਧਰੀ ਜੋਨੀ। ਹਾਂਜੀ ਠੀਕ ਹੈ। ਬੜਾ ਕਾਰੀਗਰ, ਕਦੀ ਡਾਕਟਰ ਵੀ ਆ, ਇੰਜੀਨੀਅਰ ਵੀ ਆ, ਆਪਣਾ ਪਲੰਬਰ ਵੀ ਆ, ਸੈਂਟਰੀ ਵਾਲਾ ਵੀ ਆ। ਚੌਧਰੀ ਜੋਨੀ? ਹਾਂਜੀ ਚੌਧਰੀ ਜੋਨੀ ਤੁਹਾਡਾ ਸ਼ਾਗਿਰਦ ਹੈ? ਭਾਜੀ ਲੈ, ਉਹ ਆਪਣੀ ਹਵੇਲੀ 'ਚ ਉੱਥੇ ਮੈਨੂੰ ਫੋਨ ਕਰਦਾ ਅਮਰੀਕਾ ਤੋਂ। ਹਾਂਜੀ ਕਹਿੰਦਾ ਯਾਰ ਚੌਧਰੀ ਜੋਨੀ ਜੀ। ਤੇ ਜਾਣਦੇ ਤੁਸੀਂ ਦੱਸਿਆ ਹੈ ਮੈਨੂੰ। ਹਾਂਜੀ ਹਾਂਜੀ ਨਹੀਂ ਤੁਸੀਂ ਇਸ਼ਾਰਾ ਕੀਤਾ, ਮਤਲਬ ਤੁਸੀਂ ਵੇਖਿਆ ਕਿਧਰੇ। ਉਹਨੇ ਮੇਰੇ ਕੋਲ ਦਵਾਈ ਮੰਗਾਈ, ਉਹਨੇ ਕਿਹਾ ਕਿ ਹਕੀਮ ਸਾਹਿਬ ਵਾਲਾਂ ਦੀ ਦਵਾਈ ਦੇ ਦਿਓ। ਜਦੋਂ ਮੈਂ ਉਹਨੂੰ ਦਵਾਈ ਦਿੱਤੀ, ਉਹਨੇ ਕਿਹਾ ਚੋਈ ਸਾਹਿਬ ਵਾਲ ਤੇ ਆਏ ਨੇ ਲੇਕਿਨ ਕਿਧਰੇ ਹੋਰ, ਬਗਲਾਂ 'ਚ ਆ ਗਏ, ਬਗਲਾਂ 'ਚ ਵਾਲ ਆ ਗਏ ਨਾ, ਇੱਥੋਂ ਦੀ ਸਾਰੇ ਵਾਲ ਉਹਨਾਂ ਦੇ। ਫਿਰ ਮੈਂ ਕਿਹਾ ਅੱਛਾ, ਤਾਂ ਮੈਂ ਤਾਂ ਦੂਸਰੀ ਪੂੜੀ, ਫਿਰ ਮੈਂ ਇਹ ਪੂੜੀ ਵਾਪਸ ਰੱਖੀ ਇੰਜ, ਫਿਰ ਮੈਂ ਇਹ ਦਿੱਤੀ, ਫਿਰ ਵਾਲ ਉਹਦੇ ਸਿਰ ਦੇ ਆਏ, ਲੇਕਿਨ ਉਹਦਾ ਕਰੈਕਟਰ ਮਰ ਗਿਆ। ਇਸ ਵਜ੍ਹਾ ਨਾਲ ਉਹਨੇ ਫਿਰ ਟਿੰਡ ਕਰਾ ਲਈ, ਉਹਨੇ ਕਿਹਾ ਨਹੀਂ ਇੰਜ ਨਹੀਂ ਬਣ। ਹਾਂਜੀ ਲੇਕਿਨ ਇੱਕ ਵਾਰੀ ਪੂੜੀ ਖਾਓਗੇ ਭਾਈਜਾਨ, ਤੁਸੀਂ ਵਾਲ ਵੇਖਣਾ ਹਕੀਮ ਆਜ਼ਾਦ ਕੰਧ ਪਾੜਨਾ, ਵੱਡੇ ਵਾਲ ਨਾਲ, ਤੇ ਫਿਰ ਕਹਿਣਾ ਜ਼ਬਰਦਸਤ ਬਹੁਤ। ਔਰ ਦਵਾਈਆਂ ਮੇਰੀਆਂ ਭਾਈਜਾਨ ਇੰਜ ਨੇ ਕਿ ਜਿਵੇਂ ਆਪਣੇ ਬਾਲ ਬੱਚੇ ਹੁੰਦੇ ਆ। ਦਵਾਈ ਖਾਓਗੇ ਤੁਹਾਨੂੰ ਬੜਾ ਫਾਕਾ ਹੋਣਾ ਜੇ, ਬੜਾ ਫਾਇਦਾ ਹੋਣਾ ਜੇ। ਦੁੱਖ ਦਰਦ ਤਕਲੀਫ ਪਰੇਸ਼ਾਨੀਆਂ, ਬਿਜਲੀ ਦਾ ਬਿੱਲ, ਗੈਸ ਦਾ ਬਿੱਲ, ਪੈਟਰੋਲ ਦੀ ਮਹਿੰਗਾਈ, ਹਰ ਚੀਜ਼ ਤੋਂ ਆਜ਼ਾਦ ਹੋ ਜਾਓਗੇ। ਯਾਨੀ ਕਿ ਦੁਨੀਆ ਤੋਂ ਆਜ਼ਾਦ ਹੋ ਜਾਓ। ਨਹੀਂ ਇਹ ਮੈਂ ਕਦੋਂ ਕਿਹਾ ਭਾਈਜਾਨ, ਹਰ ਚੀਜ਼ ਤੋਂ ਆਜ਼ਾਦ ਦਾ ਮਤਲਬ ਇਹੀ ਹੈ ਨਾ ਕਿ ਬੰਦਾ ਮਰ ਜਾਏਗਾ ਤਾਂ ਆਜ਼ਾਦ ਹੋ ਸਕਦਾ, ਵਰਨਾ ਕਿਵੇਂ ਆਜ਼ਾਦ ਹੋ ਸਕਦਾ? ਮਤਲਬ ਕਿ ਮੰਨਦੇ ਹੋ ਕਿ ਆਜ਼ਾਦੀ ਉੱਥੇ ਹੀ ਹੈ? ਆਜ਼ਾਦੀ ਉੱਥੇ ਹੀ ਹੈ। ਹਕੀਮ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਪੂੜੀ ਨਾਲ ਵਾਲ ਆ ਜਾਣਗੇ? ਹਾਂਜੀ ਸਿਰ ਦੇ ਵਾਲ ਇਸ ਪੂੜੀ ਨੂੰ ਖਾਣ ਨਾਲ ਆ ਜਾਣਗੇ ਜੀ, ਆ ਜਾਣਗੇ ਭਾਈਜਾਨ। ਇਹ ਪੂੜੀ ਤੁਸੀਂ ਰੱਖ ਲਓ। ਅੱਛਾ ਇਹ ਪੂੜੀ ਵੀ ਤੇ ਇਹ ਪੂੜੀ ਵੀ। ਘੋੜੇ ਵਰਗੇ ਵਾਲ ਨਹੀਂ ਹੁੰਦੇ ਜਿਹੜੇ ਲੰਬੇ ਲੰਬੇ ਖੂਬਸੂਰਤ ਸੁਨਹਿਰੀ ਵਾਲ, ਉਹ ਜਿਹੇ ਹੋ ਜਾਣਗੇ। ਹਕੀਮ ਸਾਹਿਬ ਇਹ ਤੁਸੀਂ ਪੂੜੀਆਂ ਰੱਖੋ, ਮੈਂ ਨਹੀਂ ਰੱਖਣੀ। ਔਰ ਰੱਖ ਲਓ, ਲਓ ਬਾਏ 1 2 1 ਫ੍ਰੀ। ਨਹੀਂ ਹਕੀਮ ਸਾਹਿਬ ਤੁਸੀਂ ਰੱਖੋ। ਉਹ ਭਾਈਜਾਨ ਰੱਖ ਲਓ, ਮੰਨ ਲਓ। ਹਕੀਮ ਸਾਹਿਬ ਮੈਂ ਕਹਿ ਰਿਹਾ ਘੋੜਾ ਹਕੀਮ ਸਾਹਿਬ ਜੀ ਜੀ, ਜਦੋਂ ਤੁਹਾਡੇ ਲਵਾਂਗਾ ਉਸ ਟਾਈਮ ਮੈਂ ਪੂੜੀਆਂ ਦੇਣਾ। ਕੀ ਮਤਲਬ? ਮਤਲਬ ਤੁਹਾਡੇ ਦਵਾਖਾਨੇ ਦੇ ਚਲੋ। ਅੱਛਾ नहीं वो तो ਤੁਹਾਨੂੰ फ्रेश ताज़ा बना देंगे जी। नाजरीन आज का पॉडकास्ट आपने देखा। एक मिनट कॉल आ रही। हेलो हाँ हकीम आजाद कंध पाड़ गल करन डया। और यार टेंशन ना लै मेरी, तेन कह तेन पहले कभी दवाई गलत दी है? आ ला चक्कर, कल आ जा तू। ओके मेरी जान, मेरी खुश रह यार। ओए यार कोई नहीं दुआवां बाद दे ली। खैर हाँ जी। ये कौन था? मैरी। कौन सा मैरी? और ਜਿਹੜਾ ਕਹਿੰਦਾ नहीं कि मैरी काम करदा तो पता लगता है। नाजरीन आज का पॉडकास्ट आपने सुना और इस पॉडकास्ट के बाद मुझे ये यकीन हो गया है कि इनको किसी तारुफ की नहीं, इनको जलालत की, इनको जूतों की, इनको धक्कों की, चपेड़ों की ज़रूरत है। इस तरह के हकीम जो कि नीम हकीम है, उनके मशवरों में और उनके इन्फ्लुएंस में आपने बिल्कुल नहीं आना
اور ان کی شکل میری گل سنو ان کی مہر شکل صاحب دیکھ لیں آپ مہر صاحب ان کی شکل سے آپ کو پتہ چلے گا کہ یہ کس ٹائپ کے حکیم ہیں مہر صاحب کوئی خیال جو کرو میری جو مارکیٹ خراب کر رہے سوال تسی جو حکیم صاحب میری بات سنیں جو سوال آپ ناظرین نے دیکھے ہم نے ان سے کیے وہ آج کل کی دور کے کامن سوال ہیں ہر بندے کو یہ ہر گھر میں یہ مسئلے ہیں اس جیسے بے غیرت اور بے ضمیر حکیموں سے بچیں اور سرٹیفائیڈ ڈاکٹرز اور حکیموں کے پاس جائیں جن سے آپ لوگوں کو آرام اور شفا ملے جبکہ اس جیسے فراڈ مارکیٹ کے اندر بے تحاشا گھوم رہے ہیں تو ان سے بچیں اور اپنی آل اولاد اور اپنے خاندان کی صحتوں کی حفاظت کریں اس جیسے فراڈ سے بچیں آپ بھائی جان آپ کیوں غلط گائیڈ کر رہے ہیں میں جی نہیں ایسی کوئی گل نہیں میں کہڑی ایسی گل کی ساری تو یہ میری تہاڈے سامنے ہی نے آپ کو شرم نہیں آتی آپ بے ضمیر آدمی ہیں لوگوں کی صحت کے ساتھ کھیلتے ہیں آپ لوگ تماشا بنایا ہوا ہے آپ جیسے لوگوں نے آپ لوگوں کو اتنا خیال نہیں کہ لوگوں کی جانوں سے آپ کھیل رہے ہیں کیوں نہیں جان دی پرواہ میں تو لوگوں کی جان نو فون کیتا ہے اگوں گالاں پਈਆਂ نے ہن میں کی کراں اے سارا کچھ اے آئی ہو رہا اے آئی نے کیتا ہے میری تسی دوائیاں تسی 2 نمبر کہندے ہو مینوں 2 نمبر بغیر بندہ کہندے ہو تسی حکیم صاحب آپ بالکل بے غیرت اور بے ضمیر آدمی ہیں اس کا میں آج آپ کو سرٹیفکیٹ دے کے بھیجوں گا نہیں سرٹیفکیٹ میں نے باہر گل کرو تسی تے کر کے بدماشی لا رہے باہر بھی میرے ہی بندے نے باہر بھی تہاڈے بندے آ پھر میرے محلے جا گل کرو میرے نال میری دعا کھانے جا کے میں کہنا میں تانوں دساں گا تسی میرے نال گلاں کرتے ہو میں تانوں ایسی دوائی دے گا تہاڈے چھٹے نہ ٹاٹ ہو کے پھر کہنا مینوں تسی مینوں حکیم نہیں سمجھا ہے اوے میں حکیم آزاد کند پاڑے گا میں ٹکر پا کے کند پاڑ دینا وا تسی مینوں کی سمجھا ہویا ਤੁਸੀਂ ਕਰੇਨ ਹੈਗੇ ਹੋ ਤੇ ਤੁਸੀਂ ਕੰਧ ਹੀ ਪਾੜ ਸਕਦੇ ਹੋ ਤੁਸੀਂ ਕਿਸੇ ਦਾ ਮੈਨੂੰ ਇਲਾਜ ਐਸਾ ਪਤਾ ਤੁਸੀਂ ਮੈਨੂੰ ਇਹਨਾਂ ਦਲੀਲ ਕਰਦੇ ਹੋ ਮੈਂ ਨਾ ਜੀ ਤੁਹਾਨੂੰ ਦੱਸਿਆ ਸਭ ਕੁਝ ਇਹ ਆਈ ਹੈਗਾ ਮੈਨੂੰ ਤੁਸੀਂ ਗੱਲਾਂ ਕਰਦੇ ਇੱਥੇ ਆਹੋ میں ویکھ لاں گا باہر آ کر کری میرے نال باہر آ رہے ہیں میں باہر آ رہے ہیں ناظرین آپ نے دیکھا کہ آج کے پوڈ کاسٹ کے اندر کیسے ہم نے بے نقاب کیا ایسے بے غیرت بے ضمیر حکیم کو جو کہ مارکیٹ کے اندر آپ کو بہت سے دعوے کرتے نظر آئیں گے برائے مہربانی بچیں اپنے لیے اپنی اہل و عیال کے لیے ایسے حکیموں کے پاس نہ جائیں اور ایسے بد زبان بے غیرت اور منافق حکیموں سے بچیں